ਅਤੇ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸਵਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ। ਦੁਬਾਰਾ ਪੜ੍ਹੇ। ਅਤੇ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸਵਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ। हाँ, मेरे पीछे पीछे बोली कृपा करके। ਅਤੇ ਯਹੋਨਾ ਬਪਤਿਸਮਾ ਦੇਣ ਵਾਲੇ, ਜੇ ਤੁਸੀਂ ਮੂੰਹ ਖੋਲ ਦੋਗੇ ਨਾ ਪਰਮੇਸ਼ਰ ਖੁਸ਼ ਹੋਏਗਾ, ਠੀਕ ਹੈ। ਜੇ ਤੁਸੀਂ ਆਪਣਾ ਮੂੰਹ ਖੋਲੋਗੇ ਪ੍ਰਭੂ ਬਹੁਤ ਖੁਸ਼ ਹੋਏਗਾ, ਕਿਉਂਕਿ ਅੱਜ 40 ਮਿੰਟ ਮੈਂ ਪ੍ਰਚਾਰ ਕਰਨਾ ਹੈ ਔਰ ਜਦੋਂ ਤੱਕ ਮੈਂ ਪ੍ਰਚਾਰ ਕਰਨਾ ਤਦ ਤੱਕ ਤੁਹਾਨੂੰ ਮੈਂ ਗਰਮੀ ਰੱਖਣਾ। ਹਾਂ, ਉੱਚੀ ਆਵਾਜ਼ ਨਾਲ ਬੋਲੋ। ਅਤੇ ਯਹੋਨਾ ਬਪਤਿਸਮਾ ਦੇਣ ਵਾਲੇ, ਕਈਆਂ ਦੀ ਆਵਾਜ਼ ਨਹੀਂ ਆ ਰਹੀ, ਬੋਲੋ ਸਾਰੇ। ਅਤੇ ਯਹੋਨਾ ਬਪਤਿਸਮਾ ਦੇਣ ਵਾਲੇ ਦਿਨਾਂ ਤੋਂ ਹੁਣ ਤੋੜੀ ਯਹੋਨਾ ਬਪਤਿਸਮਾ ਦੇਣ ਵਾਲੇ ਦਿਨਾਂ ਤੋਂ ਹੁਣ ਤੋੜੀ ਯਹੋਨਾ ਬਪਤਿਸਮਾ ਦੇਣ ਵਾਲੇ ਦਿਨਾਂ ਤੋਂ ਹੁਣ ਤੋੜੀ ਸਵਰਗ ਦੇ ਰਾਜ ਉੱਤੇ, ਸਵਰਗ ਦੇ, ਉੱਚੀ ਆਵਾਜ਼ ਨਾਲ ਬੋਲੋ, ਸਵਰਗ ਦੇ ਰਾਜ ਉੱਤੇ, ਸਵਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ। ਸਵਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ। ਸਵਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ। ਅਤੇ ਜ਼ੋਰ ਮਾਰਨ ਵਾਲੇ, ਅਤੇ ਜ਼ੋਰ ਮਾਰਨ ਵਾਲੇ, ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ, ਅਤੇ ਉਸ ਨੂੰ ਖੋਹ ਲੈਂਦੇ ਹਨ, ਅਤੇ ਉਸ ਨੂੰ ਖੋਹ ਲੈਂਦੇ ਹਨ, ਅਤੇ ਉਸ ਨੂੰ ਖੋਹ ਲੈਂਦੇ ਹਨ। ਬੋਲ ਹਾਲੇਲੂਇਆ, ਹਾਲੇਲੂਇਆ। ਇੱਕ ਵਾਰੀ ਜ਼ੋਰ ਨਾਲ ਆਪਣੇ ਦੋਨੇ ਹੱਥਾਂ ਨੂੰ ਉਠਾ ਕੇ, ਜਿਹੜੇ ਪਿਆਰ ਕਰਦੇ, ਦਿਲ ਤੋਂ ਜਿਹੜੇ ਪਿਆਰ ਕਰਦੇ ਆ, ਜਿਹੜੇ ਦਿਲ ਤੋਂ ਹੀ ਪਿਆਰ ਕਰਦੇ ਆਪਣੇ ਪ੍ਰਭੂ ਨੂੰ, ਉਹ ਆਪਣੇ ਹੱਥਾਂ ਨੂੰ ਉਠਾਓ। ਫਿਰ ਹੁਣ 7 ਵਾਰੀ ਹਾਲੇਲੂਇਆ ਬੋਲੋ। आमीन। कलीसिया ध्यान ਨਾਲ सुनना है। परमेश्वर के वचन के मुताबिक, पवित्र शास्त्र बाइबल के मुताबिक, धर्म ग्रंथ परमेश्वर के वचन के मुताबिक 2 तरह के राज हैं। 2 तरह के राज हैं। एक राज धरती का राज है और एक जिहड़ा राज है वो स्वर्ग का राज है। एक राज धरती का राज है, एक राज स्वर्ग का राज है। और धरती का राज की है, जिवें असीं देखते हैं कि अगर पंजाब दे विच किसी पार्टी ने राज करना है, अपना राज लैके आना, चाहे वह कांग्रेस होवे, चाहे वह अकाली होवे, चाहे वह बीजेपी होवे, चाहे वह झाड़ू वाले होण, वो अपना राज पंजाब दे विच करना चाहते हैं। जदों पंजाब दे विच अपना राज सियासी पार्टियां राज करना चाहदियां ने, तो वह राज नूं हासिल करने वास्ते कितना जोर मारदे। पोलीटिकल पार्टियां, सियासी पार्टियां उस राज नूं हासिल करने वास्ते दिन रात वो जोर मारदियां ने। मारदियां कि नहीं? बहुत तरीके नाल वो जोर मारदियां ने, बड़ी मशहूरी करदियां ने, दिन रात एक कर दिंदियां अपना प्रचार करने वास्ते।
ਝਾੜੂ ਨੂੰ ਵੋਟ ਪਾਓ, ਪੰਜੇ ਨੂੰ ਵੋਟ ਪਾਓ, ਤੱਕੜੀ ਨੂੰ ਵੋਟ ਪਾਓ, ਆਉਂਦੇ ਕਿ ਨਹੀਂ, ਕਰਦੇ ਕਿ ਨਹੀਂ? ਕਿਉਂ? ਉਹਨਾਂ ਦਾ ਜ਼ੋਰ ਮਾਰਨ ਦਾ ਮਕਸਦ ਕੀ ਹੈ? ਉਹਨਾਂ ਦਾ ਜ਼ੋਰ ਮਾਰਨ ਦਾ ਮਕਸਦ ਇਹ ਹੈ ਕਿ ਅਸੀਂ ਆਪਣਾ ਰਾਜ ਲੈ ਕੇ ਆਉਣਾ ਹੈ, ਰਾਜ ਨੂੰ ਖੋਣਾ ਹੈ। ਇੱਕ ਦੁਨੀਆਦਾਰੀ ਦੇ ਰਾਜ ਨੂੰ ਖੋਹਣ ਦੇ ਵਾਸਤੇ ਇੱਕ ਪਾਰਟੀ ਇੰਨਾ ਜ਼ੋਰ ਮਾਰਦੀ ਹੈ। ਤੇ ਯਾਦ ਰੱਖੋ, ਇੱਕ ਸਵਰਗ ਦਾ ਰਾਜ ਵੀ ਹੈ, ਸਵਰਗ ਦਾ ਰਾਜ ਵੀ ਹੈ। ਇਹ ਆਮ ਲੋਕਾਂ ਦੀ ਸਮਝ ਵਿੱਚ ਨਹੀਂ ਆਉਂਦੇ, ਜਿਹੜੇ ਪਰਮੇਸ਼ਰ ਦੇ ਭਵਨ 'ਚ ਨਹੀਂ ਆਉਂਦੇ, ਉਹਨਾਂ ਨੂੰ ਇਹ ਚੀਜ਼ਾਂ ਨਹੀਂ ਪਤਾ। ਉਹਨਾਂ ਦਾ ਜੀਵਨ ਇੰਨਾ ਹੀ ਖਾ ਲਿਆ, ਕੰਮ ਤੇ ਚਲੇ ਗਏ, ਕੰਮ ਤੋਂ ਆ ਗਏ ਘਰ, ਘਰ ਤੋਂ ਆ ਗਏ ਘਰ, ਕੰਮ ਤੋਂ ਆ ਗਏ ਘਰ, ਕੰਮ ਕੀਤਾ ਘਰ, ਕੰਮ ਕੀਤਾ ਘਰ। ਪਸ਼ੂ ਦੀ ਤਰ੍ਹਾਂ ਕਿੱਲੇ ਤੇ ਵੱਜੇ ਹੋਏ ਨੇ ਇਨਸਾਨ, ਜਿਹੜਾ ਇੱਕ ਡੰਗਰ, ਇੱਕ ਪਸ਼ੂ, ਇੱਕ ਜਾਨਵਰ ਜਿਹੜਾ ਕਿੱਲੇ ਤੇ ਵੱਜਿਆ ਨਾ, ਉਹ ਪੱਠੇ ਖਾਂਦਾ, ਉਹ ਕਿੱਲੇ ਦੇ ਆਲੇ ਦੁਆਲੇ ਘੁੰਮੀ ਜਾਂਦਾ। ਉਹਦਾ ਜੀਵਨ ਇੰਨਾ ਕੀ ਬਸ। ਜਿਹੜੇ ਸੰਸਾਰਿਕ ਲੋਕ ਨੇ ਉਹਨਾਂ ਦਾ ਜੀਵਨ ਸਿਰਫ ਇੰਨਾ ਕੀ ਹੈ। ਜਿਨ੍ਹਾਂ ਨੂੰ ਪਰਮੇਸ਼ਵਰ ਦੇ ਵਚਨਾਂ ਦਾ ਗਿਆਨ ਨਹੀਂ, ਪਰਮੇਸ਼ਵਰ ਦਾ ਵਚਨ ਦਾ ਗਿਆਨ ਨਹੀਂ, ਉਹਨੂੰ ਕੋਈ ਇਸ ਤਰ੍ਹਾਂ ਦਾ ਲੈਣਾ ਦੇਣਾ ਨਹੀਂ ਕਿ ਸਵਰਗ ਕੀ ਹੈ ਨਰਕ ਕੀ ਹੈ, ਉਹਨੂੰ ਕੋਈ ਨਹੀਂ। ਉਹ ਕਹਿੰਦਾ ਨਹੀਂ, ਉਹ ਬਸ ਖਾਂਦਾ, ਸੋਚਦਾ, ਚਿੰਤਾ ਕਰਦਾ, ਪੈਸੇ ਕਮਾਉਣ ਦਾ ਢੰਗ ਲੱਭਦਾ। ਉਹ ਬਸ ਆਪਣੇ ਚਿੰਤਾ ਵਿੱਚ, ਫਿਕਰ ਵਿੱਚ, ਪੈਸੇ ਵਿੱਚ, ਬਾਹਰ ਜਾਣ ਵਿੱਚ, ਪੈਸਾ ਕਮਾਉਣ ਵਿੱਚ, ਠੱਗੀਆਂ ਤੇ ਚੋਰੀਆਂ ਦੇ ਵਿੱਚ ਔਰ ਲੱਗਾ ਹੋਇਆ। ਬਸ ਉਹ ਪਸ਼ੂ ਦੀ ਤਰ੍ਹਾਂ ਬਸ ਇੰਨਾ ਕਿ ਕਿੱਲੇ ਉੱਤੇ ਘੁੰਮੀ ਜਾਂਦਾ। ਉਹਦਾ ਜੀਵਨ ਸਿਰਫ ਇੰਨਾ ਕੀ ਹੈ। ਉਹ ਹੈ ਇੱਕ ਦੁਨੀਆ ਦੇ ਰਾਜ ਵਿੱਚ, ਸੰਸਾਰ ਦੇ ਰਾਜ ਵਿੱਚ। ਪਰ ਯਾਦ ਰੱਖੋ, ਪਰਮੇਸ਼ਵਰ ਦੇ ਪਿਆਰੇ ਲੋਕੋ, ਜਿਹੜਾ ਸੰਸਾਰ ਦਾ ਜਿਹੜਾ ਰਾਜ ਹੈ ਉਹ 5 ਸਾਲ ਤੋਂ ਬਾਅਦ ਬਦਲ ਜਾਂਦਾ ਹੈ। ਅੱਜ ਕਿਸੇ ਦੂਸਰੀ ਪਾਰਟੀ ਕੋਲ, ਕੱਲ ਤੀਸਰੀ ਪਾਰਟੀ ਕੋਲ। ਪਰ ਪਰਮੇਸ਼ਵਰ ਦਾ ਰਾਜ ਤੇ ਸਵਰਗ ਦਾ ਰਾਜ ਕਦੀ ਬਦਲਦਾ ਨਹੀਂ। ਪਰਮੇਸ਼ਵਰ ਦਾ ਰਾਜ ਨਹੀਂ ਬਦਲਦਾ, ਪਰਮੇਸ਼ਵਰ ਦਾ ਰਾਜ ਬਦਲਦਾ ਨਹੀਂ। ਪਰਮੇਸ਼ਵਰ ਦਾ ਰਾਜ ਨੂੰ ਕੋਈ ਬਦਲ ਨਹੀਂ ਸਕਦਾ। ਪਰਮੇਸ਼ਵਰ ਦਾ ਰਾਜ ਜਿਹੜਾ ਹੈ ਉਹ ਪਰਮੇਸ਼ਵਰ ਦੇ ਕੋਲ ਹੈ, ਪ੍ਰਭੂ ਦੇ ਕੋਲ ਹੈ। ਧਰਤੀ ਆਕਾਸ਼ ਤੇ ਪਰਮੇਸ਼ਵਰ ਦੇ ਕੋਲ ਹੈ। ਉਸ ਨੂੰ ਕੋਈ ਖੋ ਨਹੀਂ ਸਕਦਾ, ਉਸ ਨੂੰ ਕੋਈ ਬਦਲ ਨਹੀਂ ਸਕਦਾ, ਉਸ ਨੂੰ ਕੋਈ ਲੈ ਨਹੀਂ ਸਕਦਾ, ਉਹਨੂੰ ਕੋਈ ਇਨਸਾਨ ਬਦਲ ਨਹੀਂ ਸਕਦਾ। ਪਰ ਪਰਮੇਸ਼ਵਰ ਦਾ ਰਾਜ ਕੀ ਹੈ? ਪਰਮੇਸ਼ਵਰ ਦਾ ਜਿਹੜਾ ਰਾਜ ਹੈ, ਵਚਨ 'ਚ ਲਿਖਿਆ, ਉਹ ਗੱਲਾਂ ਬਾਤਾਂ ਵਿੱਚ ਨਹੀਂ ਹੈ। ਪਰਮੇਸ਼ਵਰ ਦਾ ਰਾਜ ਗੱਲਾਂ ਬਾਤਾਂ ਵਿੱਚ ਨਹੀਂ ਹੈ। ਤੁਹਾਨੂੰ ਬਹੁਤ ਗੱਲਾਂ ਆਉਂਦੀਆਂ ਨੇ, ਪਰਮੇਸ਼ਰ ਨੂੰ ਕੋਈ ਲੈਣਾ ਦੇਣਾ ਨਹੀਂ। ਤੁਹਾਨੂੰ ਬਹੁਤ ਗੱਪਾਂ ਆਉਂਦੀਆਂ ਨੇ, ਕੋਈ ਪਰਮੇਸ਼ਰ ਨੂੰ ਲੈਣਾ ਦੇਣਾ ਨਹੀਂ। ਤੁਹਾਨੂੰ ਸੰਸਾਰਿਕ ਬੜਾ ਗਿਆਨ ਆ, ਪਰਮੇਸ਼ਰ ਨੂੰ ਕੋਈ ਲੈਣਾ ਦੇਣਾ ਨਹੀਂ। ਪਰ ਪਰਮੇਸ਼ਵਰ ਦਾ ਰਾਜ ਕਿੱਥੇ? ਪਰਮੇਸ਼ਵਰ ਦਾ ਰਾਜ ਜਿਹੜਾ ਹੈ ਉਹਦੀ ਸ਼ਕਤੀ ਦੇ ਵਿੱਚ ਹੈ, ਉਹਦੀ ਸਾਮਰਥ ਵਿੱਚ ਹੈ। ਕਿੱਥੇ ਰਾਜ ਪਰਮੇਸ਼ਵਰ ਦਾ? ਕਿੱਥੇ ਹੈ ਸਾਮਰਥ? ਪਰਮੇਸ਼ਵਰ ਦਾ ਰਾਜ ਗੱਲਾਂ ਬਾਤਾਂ ਵਿੱਚ ਨਹੀਂ ਹੈ। ਪਰਮੇਸ਼ਵਰ ਦਾ ਰਾਜ ਉਹਦੀ ਸਾਮਰਥ ਵਿੱਚ ਹੈ, ਸਾਮਰਥ ਵਿੱਚ ਹੈ। ਪਰਮੇਸ਼ਵਰ ਦਾ ਰਾਜ ਗੱਲਾਂ ਬਾਤਾਂ ਵਿੱਚ ਨਹੀਂ ਹੈ, ਔਰ ਪਰਮੇਸ਼ਵਰ ਦਾ ਰਾਜ ਜਿਹੜਾ ਹੈ ਉਹਦੀ ਸਾਮਰਥ ਵਿੱਚ ਹੈ। ਹੁਣ ਯਾਦ ਰੱਖੋ, ਜਿਸ ਤਰ੍ਹਾਂ ਧਰਤੀ ਦੇ ਰਾਜ ਨੂੰ ਖੋਹਣ ਵਾਸਤੇ ਜ਼ੋਰ ਮਾਰਿਆ ਜਾਂਦਾ ਹੈ, ਇਸੇ ਤਰ੍ਹਾਂ ਸਵਰਗ ਦੇ ਰਾਜ ਨੂੰ ਪਰਮੇਸ਼ਵਰ ਦੇ ਕੋਲੋਂ ਪ੍ਰਾਪਤ ਕਰਨ ਵਾਸਤੇ ਜ਼ੋਰ ਮਾਰਿਆ ਜਾਂਦਾ ਹੈ। ਮੈਂ ਪਹਿਲਾਂ ਦੱਸਿਆ 2 ਤਰ੍ਹਾਂ ਦੇ ਰਾਜ ਹਨ। ਇੱਕ ਰਾਜ ਸੰਸਾਰ ਦਾ ਰਾਜ ਹੈ, ਇਹਦੇ ਵਿੱਚ ਧੋਖੇ ਨਾਲ, ਰਿਸ਼ਵਤ ਨਾਲ ਲੋਕਾਂ ਨੂੰ ਲਾਲਚ ਦੇ ਕੇ ਲੈ ਲੈਂਦਾ। ਪਰ ਪਰਮੇਸ਼ਰ ਦਾ ਰਾਜ ਰਿਸ਼ਵਤ ਨਾਲ, ਲਾਲਚ ਨਾਲ, ਲੋਭ ਨਾਲ ਨਹੀਂ ਖਿੱਚਿਆ ਜਾਂਦਾ। ਪਰਮੇਸ਼ਰ ਦੇ ਰਾਜ ਉੱਤੇ ਵੀ ਜ਼ੋਰ ਮਾਰਿਆ ਜਾਂਦਾ ਹੈ। ਪਰਮੇਸ਼ਰ ਦੇ ਰਾਜ ਨੂੰ ਵੀ ਪ੍ਰਭੂ ਦੇ ਕੋਲੋਂ ਪ੍ਰਾਪਤ ਕਰਨਾ ਪੈਂਦਾ ਹੈ। ਪਰਮੇਸ਼ਰ ਦੇ ਰਾਜ ਨੂੰ ਵੀ ਪ੍ਰਭੂ ਦੇ ਕੋਲੋਂ ਲੈਣਾ ਪੈਂਦਾ ਹੈ। ਔਰ ਇਹ ਵੀ ਇੱਦਾਂ ਨਹੀਂ ਮਿਲਦਾ, ਇਹਦੇ ਉੱਤੇ ਵੀ ਜ਼ੋਰ ਮਾਰਨਾ ਪੈਂਦਾ ਹੈ। ਪਰਮੇਸ਼ਰ ਦਾ ਰਾਜ ਉੱਤੇ ਵੀ ਜ਼ੋਰ ਮਾਰਨਾ ਪੈਂਦਾ ਹੈ। ਔਰ ਵਚਨ 'ਚ ਲਿਖਿਆ, ਯਹੂਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਤੋੜੀ ਹੁਣ ਤੱਕ ਸਵਰਗ ਦੇ ਰਾਜ ਉੱਤੇ ਕੀ ਮਾਰਿਆ ਜਾਂਦਾ ਹੈ? ਜ਼ੋਰ ਮਾਰਿਆ ਜਾਂਦਾ ਹੈ। ਔਰ ਜਿਹੜੇ ਜ਼ੋਰ ਮਾਰਦੇ ਨੇ ਉਹ ਸਵਰਗ ਦਾ ਰਾਜ ਪਰਮੇਸ਼ਰ ਦੇ ਕੋਲੋਂ ਖੋਹ ਲੈਂਦੇ ਨੇ। ਜਦ ਤੁਸੀਂ ਪਰਮੇਸ਼ਰ ਦੇ ਭਵਨ 'ਚ ਆਉਂਦੇ ਹੋ, ਤੁਹਾਨੂੰ ਪਤਾ ਕਿੰਨੀਆਂ ਦੁਸ਼ਟ ਆਤਮਾ ਨੂੰ ਤੁਸੀਂ ਹਰਾਉਂਦੇ ਹੋ। ਜਦੋਂ ਇੱਕ ਵਿਸ਼ਵਾਸੀ ਆਪਣੇ ਘਰ ਤੋਂ ਸੋਚਦਾ ਕਿ ਮੈਂ ਚਰਚ ਵਿੱਚ ਚੱਲਿਆ,
ਤੇ ਉੱਥੇ ਪ੍ਰਭੂ ਦੀ ਆਰਾਧਨਾ ਕਰਾਂਗਾ, ਪ੍ਰਭੂ ਦੀ ਬੰਦਗੀ ਕਰਾਂਗਾ, ਪ੍ਰਭੂ ਦੀ ਸਤੂਤੀ ਕਰਾਂਗਾ। ਤੁਹਾਨੂੰ ਪਤਾ ਇੱਕ ਵਿਸ਼ਵਾਸੀ ਕਿੰਨੀਆਂ ਦੁਸ਼ਟ ਆਤਮਾ ਨੂੰ ਹਰਾਉਂਦਾ, ਕਿੰਨੀਆਂ ਦੁਸ਼ਟ ਆਤਮਾ ਉੱਤੇ ਪੈਰ ਰੱਖ ਕੇ ਆਉਂਦਾ, ਕਿੰਨੇ ਸ਼ੈਤਾਨਾਂ ਨਾਲ ਤੁਹਾਡਾ ਯੁੱਧ ਹੁੰਦਾ, ਕਿੰਨਾ ਉਹ ਤੁਹਾਨੂੰ ਪਰੇਸ਼ਾਨ ਕਰਦਾ। ਪਰਮੇਸ਼ਰ ਦੇ ਭਵਨ ਤੋਂ ਆਉਣ ਤੋਂ ਤੁਹਾਨੂੰ ਕਿੰਨਾ ਉਹ ਰੋਕਦਾ, ਕਿੰਨਾ ਉਹ ਤੁਹਾਡੇ ਨਾਲ ਯੁੱਧ ਕਰਦਾ, ਕਿੰਨਾ ਤੁਹਾਨੂੰ ਉਹ ਰੋਕਦਾ। ਕਦੀ ਤੁਹਾਡੇ ਵਿਚਾਰਾਂ 'ਚ ਕੰਮ ਕਰਦਾ, ਕਦੀ ਤੁਹਾਡੇ ਦਿਲ 'ਚ ਕੰਮ ਕਰਦਾ, ਕਦੀ ਤੁਹਾਡੇ ਸਰੀਰ 'ਚ ਕੰਮ ਕਰਦਾ, ਕਦੀ ਕੋਈ ਕਿਤੇ ਕੰਮ ਕਰਦਾ ਤੁਹਾਨੂੰ ਰੋਕਣ ਵਾਸਤੇ, ਕਿਉਂਕਿ ਤੁਸੀਂ ਉਹਦੇ ਰਾਜ ਵਿੱਚ ਰਹਿ ਰਹੇ ਹੋ, ਤੁਸੀਂ ਸ਼ੈਤਾਨ ਦੇ ਰਾਜ ਵਿੱਚ ਰਹਿ ਰਹੇ ਹੋ। ਵਚਨ 'ਚ ਲਿਖਿਆ ਜਿੱਥੇ ਤੂੰ ਵੱਸਦਾ ਉੱਥੇ ਸ਼ੈਤਾਨ ਦੀ ਗੱਦੀ ਹੈ, ਜਿੱਥੇ ਤੂੰ ਰਹਿ ਰਿਹਾ ਉੱਥੇ ਸ਼ੈਤਾਨ ਦੀ ਗੱਦੀ ਹੈ। ਮਤ ਸੋਚੋ ਕਿ ਤੁਹਾਡਾ ਪਿੰਡ ਜਿਹੜਾ ਹੈ ਉਹ ਕਿਸੇ ਹੋਰ ਪਾਰਟੀ ਵਿੱਚ ਹੈ, ਲੇਕਿਨ ਯਾਦ ਰੱਖੋ ਜਿੱਥੇ ਤੁਸੀਂ ਰਹਿ ਰਹੇ ਹੋ, ਜਿਸ ਸੰਸਾਰ ਵਿੱਚ, ਜਿਸ ਮੁਹੱਲੇ ਵਿੱਚ, ਜਿਸ ਨਗਰ ਵਿੱਚ, ਜਿਸ ਦੇਸ਼ ਵਿੱਚ ਤੁਸੀਂ ਰਹਿ ਰਹੇ ਹੋ, ਜਿਸ ਸੰਸਾਰ ਵਿੱਚ ਤੁਸੀਂ ਰਹਿ ਰਹੇ ਹੋ, ਇੱਥੇ ਸ਼ੈਤਾਨ ਦੀ ਗੱਦੀ ਲੱਗੀ ਹੋਈ ਹੈ। ਔਰ ਸ਼ੈਤਾਨ ਦੇ ਰਾਜ ਨੂੰ ਹਰਾ ਕੇ ਤੁਸੀਂ ਪਰਮੇਸ਼ਰ ਦੇ ਰਾਜ ਵਿੱਚ ਵਧ ਰਹੇ ਹੋ। ਚਰਚ ਵਿੱਚ ਆਣਾ, ਅਸੀਂ ਕਿਸੇ ਧਰਮ ਦੇ ਬਾਰੇ ਨਹੀਂ ਸਿੱਖਦੇ ਜਾ ਕੇ। ਚਰਚ ਵਿੱਚ ਆਉਣ ਦਾ ਅਸੀਂ ਪਰਮੇਸ਼ਰ ਦੇ ਰਾਜ ਨੂੰ ਖੋਹਣ ਵਾਸਤੇ ਆਉਂਦੇ ਹਾਂ, ਪਰਮੇਸ਼ਰ ਦੇ ਕੋਲੋਂ ਲੈਣ ਵਾਸਤੇ ਆਉਂਦੇ ਹਾਂ। ਇਹ ਦੁਨੀਆ ਨੂੰ ਨਹੀਂ ਪਤਾ ਅਸੀਂ ਪਰਮੇਸ਼ਰ ਦੇ ਰਾਜ ਵਾਸਤੇ ਦੌੜ ਲਗਾਈ ਹੋਈ ਹੈ, ਅਸੀਂ ਉੱਥੇ ਜੀਵਨ ਦੇ ਮੁਕਤ ਵਾਸਤੇ ਦੌੜ ਲਗਾਈ ਹੋਈ ਹੈ। ਅਸੀਂ ਆਪਣੇ ਪ੍ਰਭੂ ਦੇ ਕੋਲੋਂ ਜੀਵਨ ਦਾ ਮੁਕਤ ਹਾਸਲ ਕਰਨ ਵਾਸਤੇ ਆਏ ਹਾਂ, ਅਸੀਂ ਆਪਣੇ ਪ੍ਰਭੂ ਦੇ ਕੋਲੋਂ ਜ਼ਿੰਦਗੀ ਦਾ ਇਨਾਮ ਪ੍ਰਾਪਤ ਕਰਨ ਵਾਸਤੇ ਆਏ ਹਾਂ, ਅਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣ ਵਾਸਤੇ ਪਰਮੇਸ਼ਰ ਦੇ ਕੋਲੋਂ ਆਏ ਹਾਂ। ਬੋਲ ਹਾਲੇਲੂਇਆ, ਬੋਲ ਹਾਲੇਲੂਇਆ, ਬੋਲ ਹਾਲੇਲੂਇਆ। ਬਾਈਬਲ ਦੇ ਅੰਦਰ ਲਿਖਿਆ ਹੈ, ਵਚਨ ਦੇ ਵਿੱਚ ਲਿਖਿਆ ਹੈ 666 ਤਰ੍ਹਾਂ ਦੀਆਂ ਦੁਸ਼ਟ ਆਤਮਾਵਾਂ। ਉੱਚੀ ਆਵਾਜ਼ ਨਾਲ ਬੋਲੋ 666। ਕਿੰਨੇ ਤਰ੍ਹਾਂ ਦੀ ਦੁਸ਼ਟ ਆਤਮਾ ਨੂੰ ਤੁਸੀਂ ਹਰਾ ਕੇ ਆਏ ਹੋ? ਹਾਂ, ਆ ਜਿਹੜੇ ਵਿਸ਼ਵਾਸੀ ਘਰ ਬਹਿ ਕੇ ਆਰਾਮ ਦੇ ਨਾਲ ਬੈਠੇ ਹੋਏ ਆ ਨਾ, ਜਿਹੜੇ ਵਿਸ਼ਵਾਸੀ ਘਰ, ਜਿਹੜੇ ਚਰਚ ਨਹੀਂ ਆਉਂਦੇ, ਜਿਹੜੇ ਵਿਸ਼ਵਾਸੀ ਘਰ ਰਹਿੰਦੇ ਨੇ ਉਹ ਚਰਚ ਨਹੀਂ ਆਉਂਦੇ, ਉਹ ਮਤ ਸੋਚੋ ਕਿ ਉਹਨਾਂ ਨੂੰ ਕੰਮ ਪੈ ਗਿਆ ਜਾਂ ਉਹਨਾਂ ਨੂੰ ਕਿਸੇ ਨੇ ਰੋਕ ਲਿਆ। 666 ਤਰ੍ਹਾਂ ਦੀਆਂ ਦੁਸ਼ਟ ਆਤਮਾ ਨੇ ਉਹਨਾਂ ਨੂੰ ਜਕੜ ਲਿਆ। ਠੀਕ ਹੈ, 666 ਤਰ੍ਹਾਂ ਦੇ ਭੂਤਾਂ ਨੇ ਉਹਨਾਂ ਨੂੰ ਜਕੜ ਲਿਆ। ਉਹਨਾਂ ਦੇ ਕਦਮਾਂ ਨੂੰ, ਦਿਲ ਨੂੰ, ਦਿਮਾਗ ਨੂੰ, ਮਨ ਨੂੰ, ਤਨ ਨੂੰ ਪਕੜ ਕੇ ਰੱਖ ਲਿਆ ਕਿ ਨਹੀਂ, ਤੈਨੂੰ ਪਰਮੇਸ਼ਰ ਦੇ ਭਵਨ 'ਚ ਨਹੀਂ ਜਾਣਾ, ਪ੍ਰਭੂ ਦੇ ਘਰ ਨਹੀਂ ਜਾਣਾ, ਪ੍ਰਭੂ ਦਾ ਵਚਨ ਨਹੀਂ ਸੁਣਨਾ, ਪ੍ਰਭੂ ਦੀ ਆਰਾਧਨਾ ਨਹੀਂ ਕਰਨੀ, ਪ੍ਰਾਰਥਨਾ ਨਹੀਂ ਕਰਨੀ, ਵਚਨ ਨਹੀਂ ਪੜ੍ਹਨਾ, ਰੋਜ਼ਾ ਨਹੀਂ ਰੱਖਣਾ, ਦਸਵੰਧ ਨਹੀਂ ਦੇਣਾ। ਉਹਨਾਂ ਨੂੰ ਸ਼ੈਤਾਨ ਨੇ ਏਦਾਂ ਜਕੜ ਲਿਆ। ਮਤ ਸੋਚੋ ਕਿ ਮੈਂ ਆਪਣੀ ਮਰਜ਼ੀ ਕੀਤੀ ਹੈ, ਨਹੀਂ, ਤੂੰ ਹਾਰਿਆ ਹੋਇਆ ਇਨਸਾਨ ਹੈ ਤੇ ਤੈਨੂੰ ਸ਼ੈਤਾਨ ਨੇ ਜਕੜ ਲਿਆ। ਤੂੰ ਕਬਜ਼ੇ ਵਿੱਚ ਆ ਗਿਆ, ਤੂੰ ਗੁਲਾਮ ਹੋ ਗਿਆ, ਤੂੰ ਸ਼ੈਤਾਨ ਨੂੰ ਆਪਣਾ ਜੀਵਨ ਦੇ ਦਿੱਤਾ। ਲੇਕਿਨ ਯਾਦ ਰੱਖੋ ਵਚਨ 'ਚ ਲਿਖਿਆ ਹੈ ਸਵਰਗ ਦੇ ਰਾਜ ਵਾਸਤੇ ਕੀ ਮਾਰਨਾ ਪੈਂਦਾ ਹੈ? ਜ਼ੋਰ ਮਾਰਨਾ ਪੈਂਦਾ ਹੈ। ਕਈ ਵਾਰੀ ਤੁਸੀਂ ਕਹਿੰਦੇ ਮੇਰੇ ਕੋਲ ਜ਼ੋਰ ਤੇ ਵੱਜਦਾ ਨਹੀਂ, ਸਸਤੇ ਵਿੱਚ ਹੀ ਸਭ ਕੁਝ ਮਿਲ ਜੇ, ਮੇਰੇ ਕੋਲ ਜ਼ੋਰ ਤੇ ਨਹੀਂ ਵੱਜਦਾ, ਮੇਰੇ ਕੋਲ ਕੁਝ ਹੁੰਦਾ ਤੇ ਹੈ ਨਹੀਂ, ਮੈਨੂੰ ਸਸਤੇ ਵਿੱਚ ਸਭ ਕੁਝ ਮਿਲ ਜੇ। ਯਾਦ ਰੱਖੋ ਹਰ ਚੀਜ਼ ਦੀ ਕੀਮਤ ਹੈ ਕਲੀਸਿਆ, ਹਰ ਚੀਜ਼ ਦੀ ਇੱਕ ਕੀਮਤ ਹੈ। ਬਾਜ਼ਾਰ ਵਿੱਚ ਜਾਓ, ਛੋਟੀ ਤੋਂ ਛੋਟੀ ਚੀਜ਼ ਦੀ ਵੀ ਇੱਕ ਕੀਮਤ ਹੈ, ਬਾਜ਼ਾਰ ਵਿੱਚ ਜਾਓ, ਵੱਡੀ ਤੋਂ ਵੱਡੀ ਚੀਜ਼ ਦੀ ਵੀ ਕੀਮਤ ਹੈ। ਤੇ ਜਦੋਂ ਤੱਕ ਤੁਸੀਂ ਪਰਮੇਸ਼ਰ ਦੇ ਰਾਜ ਨੂੰ ਪ੍ਰਾਪਤ ਕਰਨਾ, ਉਹਦੀ ਵੀ ਇੱਕ ਕੀਮਤ ਹੈ, ਉਹਦੀ ਵੀ ਇੱਕ ਕੀਮਤ ਹੈ। ਜਿਹੜਾ ਇਨਸਾਨ ਉਹਦੀ ਕੀਮਤ ਦਿੰਦਾ ਹੈ, ਜਿਹੜਾ ਪਰਮੇਸ਼ਰ ਦਾ ਰਾਜ ਵਾਸਤੇ ਜ਼ੋਰ ਮਾਰਦਾ ਹੈ, ਉਹ ਰਾਜ ਨੂੰ ਖੋਹ ਲੈਂਦਾ ਹੈ। ਪਰ ਜਿਹੜਾ ਜ਼ੋਰ ਨਹੀਂ ਮਾਰਦਾ, ਜਿਹੜਾ ਜ਼ੋਰ ਨਹੀਂ ਮਾਰਨਾ ਚਾਹੁੰਦਾ, ਹੁਣ ਮੈਂ ਦੱਸਾਂਗਾ ਕਿ ਜ਼ੋਰ ਮਾਰਨ ਦਾ ਮਤਲਬ ਕਿ ਕਿਹੜੇ ਢੰਗ ਨਾਲ ਅਸੀਂ ਜ਼ੋਰ ਮਾਰੀਏ ਔਰ ਕਿੱਦਾਂ ਅਸੀਂ ਪਰਮੇਸ਼ਰ ਦੇ ਰਾਜ ਨੂੰ ਪ੍ਰਾਪਤ ਕਰੀਏ। ਅੱਜ ਮੈਂ ਦੱਸਾਂਗਾ ਤੁਹਾਨੂੰ। ਪਰਮੇਸ਼ਵਰ ਦਾ ਰਾਜ ਜਿਹੜਾ ਹੈ, ਮੈਂ ਪਹਿਲਾਂ ਦੱਸਿਆ ਕਿ ਗੱਲਾਂ ਬਾਤਾਂ ਦੇ ਵਿੱਚ ਨਹੀਂ ਹੈ। ਪਰਮੇਸ਼ਵਰ ਦਾ ਰਾਜ ਜਿਹੜਾ ਹੈ ਉਹਦੀ ਸਾਮਰਥ ਵਿੱਚ ਹੈ, ਪਰਮੇਸ਼ਵਰ ਦਾ ਰਾਜ ਜਿਹੜਾ ਹੈ ਉਹਦੀ ਸ਼ਕਤੀ ਦੇ ਵਿੱਚ ਹੈ, ਪਰਮੇਸ਼ਵਰ ਦਾ ਰਾਜ ਜਿਹੜਾ ਹੈ ਉਹਦੀ ਖੁਸ਼ੀ ਤੇ ਆਨੰਦ ਵਿੱਚ ਹੈ, ਪਰਮੇਸ਼ਵਰ ਦਾ ਰਾਜ ਉਹਦੇ ਵਚਨ ਦੇ ਵਿੱਚ ਹੈ, ਪਰਮੇਸ਼ਵਰ ਦਾ ਜਿਹੜਾ ਰਾਜ ਹੈ ਉਹ ਪਵਿੱਤਰ ਆਤਮਾ ਦੇ ਵਿੱਚ ਹੈ।
ਅੱਜ ਬਹੁਤ ਸਾਰੇ ਚਰਚਾਂ ਦੇ ਅੰਦਰ ਸਿਰਫ ਤੇ ਸਿਰਫ ਪ੍ਰਚਾਰ ਕਾਹਦਾ ਹੋ ਰਿਹਾ? ਆਸ਼ੀਸ਼ਾਂ ਦਾ। ਆਸ਼ੀਸ਼ਾਂ ਕਿੱਦਾਂ ਪਾਣੀਆਂ ਨੇ, ਚੰਗਿਆਈ ਕਿੱਦਾਂ ਪਾਣੀ ਹੈ। ਪਰ ਯਾਦ ਰੱਖੋ, ਪਰਮੇਸ਼ਵਰ ਦਾ ਰਾਜ ਜਦੋਂ ਤੁਹਾਨੂੰ ਮਿਲ ਜਾਏਗਾ। ਮੱਤੀ 6:33 ਵਿੱਚ ਇੱਕ ਵਚਨ ਪੜ੍ਹੀਏ ਰੱਖ, ਉੱਥੇ ਕੀ ਲਿਖਿਆ? ਹਾਂਜੀ, ਮੱਤੀ 6:33 ਬੜਾ ਖਾਸ ਵਚਨ ਹੈ। ਮੱਤੀ 6:33 ਬਹੁਤ ਜ਼ਬਰਦਸਤ ਪਰਮੇਸ਼ਰ ਦਾ ਵਚਨ ਉਸ ਜਗ੍ਹਾ ਤੇ ਲਿਖਿਆ ਹੋਇਆ, ਬਹੁਤ ਜ਼ਬਰਦਸਤ। ਹਾਂਜੀ ਪੜ੍ਹੀਏ, ਮੱਤੀ 6:33। ਹਾਂਜੀ, ਪਰ ਪਹਿਲਾਂ ਤੁਸੀਂ ਉਹਦੇ ਰਾਜ, ਪਹਿਲਾਂ ਤੁਸੀਂ ਉਹਦਾ ਰਾਜ ਅਤੇ ਉਹਦੇ ਧਰਮ ਨੂੰ ਭਾਲੋ। ਪਹਿਲਾਂ ਤੁਸੀਂ ਪਰਮੇਸ਼ਵਰ ਦੇ ਰਾਜ ਨੂੰ ਔਰ ਪਰਮੇਸ਼ਵਰ ਦੇ ਧਰਮ ਨੂੰ ਭਾਲੋ, ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ। ਤਾਂ ਤੁਹਾਨੂੰ ਸਾਰੀਆਂ ਵਸਤੂਆਂ ਵੀ ਦਿੱਤੀਆਂ ਜਾਣਗੀਆਂ। ਭਾਈ ਪਹਿਲਾਂ ਪ੍ਰਭੂ ਦਾ ਪਰਮੇਸ਼ਰ ਕਹਿ ਰਿਹਾ, ਪਹਿਲਾਂ ਤੁਸੀਂ ਕੀ ਕਰੋ? ਪਰਮੇਸ਼ਵਰ ਦੇ ਧਰਮ ਨੂੰ, ਪਰਮੇਸ਼ਰ ਦੇ ਰਾਜ ਨੂੰ ਭਾਲੋ, ਤਾਂ ਤੁਹਾਨੂੰ ਸਾਰੀਆਂ ਵਸਤੂਆਂ ਜਿਹੜੀਆਂ ਨੇ ਉਹ ਦਿੱਤੀਆਂ ਜਾਣਗੀਆਂ। ਕਿਹੜੀਆਂ ਕਿਹੜੀਆਂ ਵਸਤੂਆਂ ਪਰਮੇਸ਼ਵਰ ਦੇਣਾ ਚਾਹੁੰਦਾ ਹੈ? ਤੁਹਾਡੇ ਬੋਲਣ ਤੋਂ ਜ਼ਿਆਦਾ, ਤੁਹਾਡੇ ਰੱਖਣ ਤੋਂ ਜ਼ਿਆਦਾ, ਤੁਹਾਡੇ ਸੋਚਣ ਤੋਂ ਜ਼ਿਆਦਾ, ਤੁਹਾਡੇ ਬਿਆਨ ਕਰਨ ਤੋਂ ਬਾਅਦ, ਤੁਹਾਡੀਆਂ ਅੱਖਾਂ ਦੇ ਵੇਖਣ ਤੋਂ ਵੀ ਜ਼ਿਆਦਾ ਪਰਮੇਸ਼ਵਰ ਤੁਹਾਨੂੰ ਦੇਣਾ ਚਾਹੁੰਦਾ ਹੈ। ਇੱਕ ਬਾਪ ਜਿਹੜਾ ਆਪਣੇ ਬੱਚੇ ਨੂੰ ਸਭ ਚੀਜ਼ਾਂ ਦੇਣਾ ਚਾਹੁੰਦਾ ਹੈ, ਤੇ ਜਿਹਦੇ ਘਰ ਵਿੱਚ ਤੁਸੀਂ ਆਏ ਹੋ, ਜਿਹਦੇ ਭਵਨ 'ਚ ਤੁਸੀਂ ਆਏ ਹੋ, ਉਹ ਵੀ ਤੁਹਾਨੂੰ ਸਾਰੀਆਂ ਵਸਤੂਆਂ ਦੇਣੀਆਂ ਚਾਹੁੰਦਾ ਹੈ। ਪਰ ਕਦੋਂ ਮਿਲਦੀਆਂ ਤੇ ਕਦੋਂ ਨਹੀਂ ਮਿਲਦੀਆਂ? ਜਦੋਂ ਤੁਸੀਂ ਪਰਮੇਸ਼ਰ ਰਾਜ ਨੂੰ ਭਾਲਦੇ ਹੋ। ਤੇ ਸਭ ਤੋਂ ਪਹਿਲਾਂ ਵਚਨ 'ਚ ਲਿਖਿਆ ਕਿ ਮੈਂ ਤੁਹਾਨੂੰ ਸਾਰੀਆਂ ਵਸਤੂਆਂ ਦਿਆਂਗਾ, ਪਹਿਲੇ ਤੁਸੀਂ ਮੇਰੇ ਧਰਮ ਤੇ ਮੇਰੇ ਰਾਜ ਦੀ ਕੀ ਕਰੋ? ਭਾਲ ਕਰੋ। ਬੋਲ ਹਾਲੇਲੂਇਆ, ਹਾਲੇਲੂਇਆ, ਬੋਲ ਹਾਲੇਲੂਇਆ, ਹਾਲੇਲੂਇਆ, ਬੋਲ ਹਾਲੇਲੂਇਆ, ਹਾਲੇਲੂਇਆ, ਬੋਲ ਹਾਲੇਲੂਇਆ, ਹਾਲੇਲੂਇਆ। ਹੁਣ ਅਸੀਂ ਸਵਾਲ ਇਹ ਪੈਦਾ ਹੋਇਆ ਕਿ ਅਸੀਂ ਪ੍ਰਭੂ ਦੇ ਰਾਜ ਵਾਸਤੇ ਜ਼ੋਰ ਕਿੱਦਾਂ ਮਾਰੀਏ? ਕਿਹੜੇ ਤਰੀਕੇ ਨਾਲ ਅਸੀਂ ਪਰਮੇਸ਼ਰ ਦੇ ਰਾਜ ਤੱਕ ਪਹੁੰਚੀਏ? ਕਿੱਦਾਂ ਅਸੀਂ ਪ੍ਰਭੂ ਦੇ ਰਾਜ ਤੱਕ ਪਹੁੰਚੀਏ? ਫਿਰ ਅਸੀਂ ਸਭ ਚੀਜ਼ਾਂ ਨੂੰ ਸਾਨੂੰ ਮਿਲਣਗੀਆਂ। ਸਭ ਤੋਂ ਪਹਿਲਾਂ ਇੱਕ ਵਚਨ ਪੜਾਂਗੇ ਅਸੀਂ, ਗਲਾਤੀਆਂ ਦੀ ਪੱਤਰੀ, ਉਹਦਾ 5 ਅਧਿਆਇ ਪੜ੍ਹੀਏ। ਬੜਾ ਖਾਸ ਵਚਨ ਹੈ ਕਲੀਸਿਆ, ਬਹੁਤ ਖਾਸ ਹੈ। ਗਲਾਤੀਆਂ 5 ਅਧਿਆਇ, ਉਹਦਾ ਗਲਾਤੀਆਂ 5 ਅਧਿਆਇ, ਉਸ ਦਾ ਤੁਸੀਂ 15 ਜਾਂ 17 ਵਚਨ ਪੜ੍ਹ ਦਿਓ। ਗਲਾਤੀਆਂ 5 ਅਧਿਆਇ, ਹਾਂਜੀ 17। ਕਿਉਂ ਜੋ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ, ਕਿਉਂ ਜੋ ਇੱਕ ਦੂਵੇ ਦੇ ਵਿਰੁੱਧ ਹਨ, ਤਾਂ ਜੋ ਤੁਸੀਂ ਦੁਬਾਰਾ ਕਿਉਂ ਜੋ ਆਤਮਾ ਸਰੀਰ ਦੇ ਵਿਰੁੱਧ, ਆਤਮਾ ਸਰੀਰ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਲੋਚਦਾ ਹੈ। ਆਤਮਾ ਜਿਹੜਾ ਹੈ, ਹਾਂ, ਦੋ ਭਾਈ ਆਓਗੇ, ਦੋ ਜਣੇ। ਡਾਕਟਰ ਸਾਹਿਬ ਤੁਸੀਂ ਇੰਦਰਜੀਤ ਦੋਨੇ ਖੜੇ ਹੋ ਗਿਆ, 2 ਮਿੰਟ ਇੱਥੇ, ਦੋਨੇ ਭਾਈ ਇੱਥੇ ਹੋ। ਹਾਂ ਅੱਗੇ ਆਓ, ਤੁਸੀਂ ਇੱਕ ਦੂਜੇ ਵੱਲ ਵੇਖੋ। ਤੁਸੀਂ ਉਹਨੂੰ, ਡਾਕਟਰ ਸਾਹਿਬ ਇੰਦਰਜੀਤ ਨੂੰ ਧੱਕਾ ਮਾਰੋ ਮਾੜਾ ਜਿਹਾ, ਬਹੁਤਾ ਨਹੀਂ, ਫਿਰ ਤੁਸੀਂ ਮਾਰੋ ਧੱਕਾ ਮਾੜਾ ਜਿਹਾ, ਫਿਰ ਤੁਸੀਂ ਮਾਰੋ, ਫਿਰ ਤੁਸੀਂ ਮਾਰੋ, ਆ ਦੇਖੀ ਜਾਓ ਯਾਰ, ਫਿਰ ਤੁਸੀਂ ਮਾਰੋ। ਡਾਕਟਰ ਸਾਹਿਬ ਥੋੜਾ ਜ਼ਿਆਦਾ ਵੀ ਮਾਰ, ਟੱਚ ਨਹੀਂ ਕਰਨਾ, ਥੋੜਾ ਜ਼ੋਰ ਨਾਲ ਮਾਰੋ ਮਾੜਾ ਜਿਹਾ। ਹਾਂ ਹੋਰ ਮਾਰੋ ਜ਼ੋਰ ਨਾਲ ਥੋੜਾ ਜਿਹਾ। ਆਮੀਨ। ਇੱਕ ਨਾਂ ਹੈਗਾ ਸਰੀਰ, ਇੱਕ ਨਾਂ ਹੈਗਾ ਆਤਮਾ। ਸਮਝੇ ਨਹੀਂ? ਇਹ ਦੋ ਜਿਹੜੇ ਭਾਈ ਅਸੀਂ ਖੜੇ ਕੀਤੇ, ਇੱਕ ਦਾ ਨਾਮ ਹੈਗਾ ਸਰੀਰ, ਇੱਕ ਨਾਮ ਹੈਗਾ ਆਤਮਾ। ਇਸੇ ਤਰ੍ਹਾਂ ਆਤਮਾ ਕਦੀ ਸਰੀਰ ਨੂੰ ਧੱਕਾ ਮਾਰਦਾ, ਕਦੀ ਆਤਮਾ ਸਰੀਰ ਨੂੰ ਧੱਕਾ ਮਾਰਦਾ, ਕਦੀ ਆਤਮਾ ਸਰੀਰ ਨੂੰ ਧੱਕਾ ਮਾਰਦਾ, ਕਦੀ ਆਤਮਾ ਸਰੀਰ ਨਾਲ ਲੜਦਾ, ਕਦੀ ਸਰੀਰ ਆਤਮਾ ਨਾਲ ਲੜਦਾ। ਔਰ ਤੁਹਾਡੇ ਅੰਦਰ ਇਸੇ ਤਰ੍ਹਾਂ ਯੁੱਧ ਜਿਹੜਾ ਇਹ ਚੱਲਦਾ ਰਹਿੰਦਾ, ਚੱਲਦਾ ਰਹਿੰਦਾ, ਚੱਲਦਾ ਰਹਿੰਦਾ, ਚੱਲਦਾ ਰਹਿੰਦਾ। ਜਿਹੜਾ ਇਸ ਥਿਊਰੀ ਨੂੰ, ਇਸ ਫਾਰਮੂਲੇ ਨੂੰ ਸਮਝ ਗਿਆ, ਉਹ ਕਦੀ ਪ੍ਰਭੂ ਦੇ ਰਾਜ ਤੋਂ ਬਿਨਾਂ ਰਹਿ ਨਹੀਂ ਸਕਦਾ। ਜਿਹੜਾ ਇਸ ਫਾਰਮੂਲੇ ਨੂੰ ਸਮਝ ਗਿਆ, ਉਹ ਕਲੀਸਿਆ ਕਦੀ ਵੀ ਪਰਮੇਸ਼ਰ ਰਾਜ ਤੋਂ ਬਿਨਾਂ ਨਹੀਂ ਰਹਿ ਸਕਦਾ। ਹੁਣ ਸਰੀਰ ਨੇ ਕੀ ਕਰਨਾ?
ਆਤਮਾ ਦੇ ਕੰਮ ਨਹੀਂ ਹੋਣ ਦੇਣੇ। ਆਤਮਾ ਕਹਿੰਦੀ ਹੈ ਕਿ ਮੇਰੇ ਇਸ ਸਰੀਰ ਦੇ ਅੰਦਰ, ਇਨਸਾਨ ਦੇ ਜੀਵਨ ਦੇ ਅੰਦਰ ਮੇਰਾ ਰਾਜ ਹੋਵੇ। ਸਰੀਰ ਚਾਹੁੰਦਾ ਕਿ ਮੇਰਾ ਰਾਜ ਹੋਵੇ। ਸਵਰਗ ਦਾ ਪਰਮੇਸ਼ਰ ਚਾਹੁੰਦਾ ਕਿ ਇਨਸਾਨ ਦੇ ਜੀਵਨ ਦੇ ਅੰਦਰ ਮੇਰਾ ਰਾਜ ਹੋਵੇ। ਸ਼ੈਤਾਨ ਚਾਹੁੰਦਾ ਇਨਸਾਨ ਦੇ ਜੀਵਨ ਵਿੱਚ ਮੇਰਾ ਰਾਜ ਹੋਵੇ। ਸਰੀਰ ਇੱਕ ਹੈ, ਉੱਥੇ ਦੋ ਤਰ੍ਹਾਂ ਦੀਆਂ ਪਾਵਰਾਂ ਕੰਮ ਕਰਦੀਆਂ ਨੇ। ਆਤਮਾ ਦਾ ਮਤਲਬ ਹੈ ਕਿ ਪਰਮੇਸ਼ਰ ਦਾ ਰਾਜ, ਔਰ ਸਰੀਰ ਦਾ ਮਤਲਬ ਹੈ ਪਾਪ ਦਾ ਰਾਜ। ਹੁਣ ਹੈ ਇੱਕ ਸਰੀਰ ਹੈ, ਇਸ ਸਰੀਰ ਦੇ ਅੰਦਰ ਦੋ ਤਰ੍ਹਾਂ ਦੀਆਂ ਪਾਵਰਾਂ ਕੰਮ ਕਰਦੀਆਂ ਨੇ, ਔਰ ਦੋ ਤਰ੍ਹਾਂ ਦੀਆਂ ਪਾਵਰਾਂ ਇੱਕ ਦੂਸਰੇ ਨਾਲ ਯੁੱਧ ਕਰਦੀਆਂ ਰਹਿੰਦੀਆਂ ਨੇ। ਦੋ ਤਰ੍ਹਾਂ ਦੀਆਂ ਸ਼ਕਤੀਆਂ ਯੁੱਧ ਕਰਦੀਆਂ ਰਹਿੰਦੀਆਂ ਨੇ। ਹੁਣ ਤੁਹਾਨੂੰ ਦੱਸਣਾ ਚਾਹੁੰਦਾ, 1 ਮਿੰਟ 22 ਵਚਨ ਪੜ੍ਹੀ ਯਾਰ, ਖਲੋਤੇ ਰਹੋ ਤੁਸੀਂ 2 ਮਿੰਟ ਜਲਦੀ। ਪਰ ਆਤਮਾ ਦਾ ਫਲ ਇਹ ਹੈ, ਜਦੋਂ ਤੁਸੀਂ ਇਹ ਜਿਹੜੇ ਕੰਮ ਕਰਦੇ ਹੋ, ਜਿਹੜੇ ਮੈਂ ਤੁਹਾਨੂੰ ਦੱਸਣ ਜਾ ਰਿਹਾ, ਤਾਂ ਤੁਹਾਡੇ ਜੀਵਨ ਦੇ ਵਿੱਚ ਸਵਰਗ ਆਉਣਾ ਸ਼ੁਰੂ ਹੁੰਦਾ। ਤੁਸੀਂ ਪਰਮੇਸ਼ਰ ਦੇ ਰਾਜ ਵਿੱਚ ਵਧਣਾ ਸ਼ੁਰੂ ਹੁੰਦੇ ਹੋ। ਹਾਂਜੀ ਦੇਖੀਏ, ਪੜੋ। ਪਰ ਆਤਮਾ ਦਾ ਫਲ ਇਹ ਹੈ, ਆਤਮਾ ਦਾ ਫਲ ਇਹ ਹੈ ਪ੍ਰੇਮ। ਹੁਣ ਜਦੋਂ ਤੁਸੀਂ ਪ੍ਰੇਮ ਕਰਦੇ ਹੋ, ਪ੍ਰੇਮ ਕੀ? ਪ੍ਰੇਮ ਬਹੁਤ ਤਰ੍ਹਾਂ ਦਾ ਪ੍ਰੇਮ ਹੈ। 3 ਤਰ੍ਹਾਂ ਦਾ ਪ੍ਰੇਮ ਹੈ। ਇੱਕ ਪਵਿੱਤਰ ਪ੍ਰੇਮ, ਉੱਚੀ ਆਵਾਜ਼ ਨਾਲ ਬੋਲੋ, ਪਵਿੱਤਰ ਪ੍ਰੇਮ। ਪਵਿੱਤਰ ਪ੍ਰੇਮ ਬੋਲੋ, ਪਵਿੱਤਰ ਪ੍ਰੇਮ। ਪਵਿੱਤਰ ਪ੍ਰੇਮ। ਸਾਰੇ ਪ੍ਰੇਮ ਇੱਕ ਜੈਸੇ ਨਹੀਂ ਹੈ। 3 ਤਰ੍ਹਾਂ ਦਾ ਪ੍ਰੇਮ ਹੈ। ਪ੍ਰੇਮ ਜਿਹੜਾ ਸੰਸਾਰ ਦੇ ਵਿੱਚ 3 ਤਰ੍ਹਾਂ ਦਾ ਪ੍ਰੇਮ ਹੁੰਦਾ। ਪਹਿਲਾ ਪ੍ਰੇਮ ਜਿਹੜਾ ਪਰਮੇਸ਼ਵਰ ਇਨਸਾਨ ਨੂੰ ਕਰਦਾ, ਉਹ ਕਰਦਾ ਪਵਿੱਤਰ ਪ੍ਰੇਮ। ਉੱਚੀ ਆਵਾਜ਼ ਨਾਲ ਬੋਲੀਏ, ਪਵਿੱਤਰ ਪ੍ਰੇਮ। ਪਵਿੱਤਰ ਪ੍ਰੇਮ। ਕਈ ਵਾਰੀ ਇਸ ਨਾਮ ਰੱਖਦੇ ਆ ਆਪਣੇ ਬੱਚਿਆਂ ਦਾ ਪ੍ਰੇਮ, ਪਰ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਪ੍ਰੇਮ ਨਹੀਂ ਹੁੰਦਾ। ਠੀਕ ਹੈ, ਨਾਮ ਕੀ ਰੱਖ ਲਿਆ ਪ੍ਰੇਮ, ਪਰ ਉਹਨੂੰ ਆਪਣੇ ਨਾਮ ਦਾ ਮਤਲਬ ਨਹੀਂ ਆ ਕਿ ਮੇਰੇ ਨਾਮ ਦਾ ਮਤਲਬ। ਪਹਿਲਾ ਪ੍ਰੇਮ ਪਰਮੇਸ਼ਵਰ ਕਰਦਾ ਇਨਸਾਨ ਨੂੰ ਪਵਿੱਤਰ ਪ੍ਰੇਮ। ਉੱਚੀ ਆਵਾਜ਼ ਨਾਲ ਬੋਲੀਏ, ਪਵਿੱਤਰ ਪ੍ਰੇਮ। ਪਵਿੱਤਰ ਪ੍ਰੇਮ। ਇਹ ਕੌਣ ਕਰਦਾ? ਪਰਮੇਸ਼ਵਰ ਇਨਸਾਨ ਨੂੰ ਕਰਦਾ ਪਵਿੱਤਰ ਪ੍ਰੇਮ। ਦੂਸਰੇ ਪ੍ਰੇਮ ਕੀ ਹੈ? ਸਵਾਰਥੀ ਪ੍ਰੇਮ ਜਾਂ ਮਤਲਬ ਦਾ ਪ੍ਰੇਮ। ਜਦੋਂ ਕਿਸੇ ਇਨਸਾਨ ਨੂੰ ਤੁਹਾਡੇ ਨਾਲ ਮਤਲਬ ਹੈ, ਉਹ ਥੋੜੇ ਸਮੇਂ ਵਾਸਤੇ ਮਤਲਬ ਦਾ ਪ੍ਰੇਮ ਕਰੇਗਾ। ਰਿਸ਼ਤੇਦਾਰ ਥੋੜੇ ਸਮੇਂ ਦਾ ਮਤਲਬ ਦਾ ਪ੍ਰੇਮ ਕਰੇਗਾ। ਤੁਹਾਡੀ ਭੈਣ ਤੁਹਾਨੂੰ ਥੋੜੇ ਸਮੇਂ ਦਾ ਪ੍ਰੇਮ ਕਰੇਗੀ। ਤੁਹਾਡਾ ਮਾਸੀ, ਤੁਹਾਡੀ ਚਾਚੀ, ਸੰਸਾਰ ਦੇ ਰਿਸ਼ਤੇ ਨਾਤੇ ਜਿਹੜੇ ਨੇ, ਉਹ ਤੁਹਾਨੂੰ ਥੋੜੇ ਸਮੇਂ ਦਾ ਪ੍ਰੇਮ ਕਰਨਗੇ, ਔਰ ਜਦੋਂ ਉਹਨਾਂ ਦਾ ਮਤਲਬ ਨਿਕਲ ਗਿਆ, ਫਿਰ ਮੈਂ ਕੌਣ ਤੂੰ ਕੌਣ ਉਹਦਾ ਕੋਈ ਪਤਾ ਨਹੀਂ। ਇਹ ਹੈ ਸਵਾਰਥੀ ਪ੍ਰੇਮ। ਇੱਕ ਪ੍ਰੇਮ ਹੋਰ ਵੀ ਹੈ, ਉਹਨੂੰ ਕਹਿੰਦੇ ਨੇ ਪਲੀਤ ਪ੍ਰੇਮ, ਗੰਦਗੀ ਵਾਲਾ ਪ੍ਰੇਮ, ਯਾਨੀ ਜਿਸਮ ਦਾ ਪ੍ਰੇਮ, ਜਿਹੜਾ ਅੱਜ ਕੱਲ੍ਹ ਸੰਸਾਰ ਵਿੱਚ ਹੋ ਰਿਹਾ ਹੈ। ਇਹ 3 ਤਰ੍ਹਾਂ ਦਾ ਪ੍ਰੇਮ ਹੈ। ਇੱਕ ਪਵਿੱਤਰ ਪ੍ਰੇਮ, ਇੱਕ ਸਵਾਰਥੀ ਪ੍ਰੇਮ ਯਾਨੀ ਕਿ ਮਤਲਬ ਦਾ ਪ੍ਰੇਮ, ਔਰ ਇੱਕ ਪ੍ਰੇਮ ਹੈਗਾ ਪਲੀਤ ਪ੍ਰੇਮ ਯਾਨੀ ਕਿ ਗੰਦਗੀ ਵਾਲਾ ਪ੍ਰੇਮ। ਔਰ ਪਰਮੇਸ਼ਵਰ ਨੂੰ ਇਹ ਦੋਨੇ ਪ੍ਰੇਮ ਚੰਗੇ ਨਹੀਂ ਲੱਗਦੇ। ਔਰ ਜਿਹੜਾ ਕਲੀਸਿਆ ਵਿੱਚ ਸੰਤ, ਧਰਮੀ, ਵਿਸ਼ਵਾਸੀ ਇਹ ਪ੍ਰੇਮ ਕਰਦਾ, ਉਹ ਵਿਸ਼ਵਾਸੀ ਵੀ ਪ੍ਰਭੂ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਪਰਮੇਸ਼ਵਰ ਕਿਸੇ ਨੂੰ ਆਪਣੀ ਮਹਿਮਾ ਨਹੀਂ ਦਿੰਦਾ। ਪਰਮੇਸ਼ਵਰ ਆਪਣੀ ਮਹਿਮਾ ਆਪ ਲੈਂਦਾ। ਜਦੋਂ ਤੁਸੀਂ ਪਰਮੇਸ਼ਵਰ ਤੋਂ ਵੱਧ ਕੇ ਕਿਸੇ ਦੂਸਰੀ ਚੀਜ਼ ਨੂੰ ਜ਼ਿਆਦਾ ਪ੍ਰੇਮ ਕਰਦੇ ਹੋ, ਜਾਂ ਪਰਮੇਸ਼ਵਰ ਤੋਂ ਜ਼ਿਆਦਾ ਤੁਸੀਂ ਕਿਸੇ ਚੀਜ਼ ਨੂੰ ਪਿਆਰ ਕਰਦੇ ਹੋ, ਤਾਂ ਫਿਰ ਪਰਮੇਸ਼ਵਰ ਨਾਲ ਤੁਹਾਡਾ ਕੋਈ ਲਿੰਕ ਨਹੀਂ ਹੁੰਦਾ, ਪਰਮੇਸ਼ਵਰ ਨਾਲ ਤੁਹਾਡਾ ਕੋਈ ਰਿਸ਼ਤਾ ਨਾਤਾ ਨਹੀਂ ਹੁੰਦਾ। ਪਰ ਯਾਦ ਰੱਖੋ, ਜਦੋਂ ਸੰਸਾਰ ਤੋਂ ਵੱਧ ਕੇ ਤੁਸੀਂ ਪਰਮੇਸ਼ਵਰ ਨੂੰ ਪ੍ਰੇਮ ਕਰਦੇ ਹੋ, ਤਾਂ ਪਰਮੇਸ਼ਵਰ ਦਾ ਰਾਜ ਤੁਹਾਡੇ ਜੀਵਨ ਦੇ ਵਿੱਚ ਕੰਮ ਆਉਂਦਾ ਹੈ। ਹਾਲੇਲੂਇਆ, ਹਾਲੇਲੂਇਆ। ਸਭ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਦਾ ਹਿੱਸਾ, ਤੁਹਾਡੀ ਜ਼ਿੰਦਗੀ ਦਾ ਪਹਿਲਾ ਹਿੱਸਾ, ਤੁਹਾਡੀ ਜ਼ਿੰਦਗੀ ਦਾ ਪਹਿਲਾ ਸਥਾਨ, ਤੁਹਾਡੀ ਜ਼ਿੰਦਗੀ ਦਾ ਪਹਿਲਾ ਕੰਮ, ਜਦੋਂ ਤੁਸੀਂ ਆਪਣੇ ਪਰਮੇਸ਼ਰ ਨੂੰ ਪਹਿਲੇ ਦਰਜੇ ਤੇ ਰੱਖਦੇ ਹੋ, ਆਪਣੀ ਪਤਨੀ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਜੌਬ ਨੂੰ, ਆਪਣੇ ਬਿਜ਼ਨਸ ਨੂੰ, ਆਪਣੇ ਕੰਮ ਨੂੰ ਛੱਡ ਕੇ ਸਭ ਤੋਂ ਪਹਿਲੇ ਦਰਜੇ ਤੇ ਤੁਸੀਂ ਪਰਮੇਸ਼ਰ ਨੂੰ ਰੱਖਦੇ ਹੋ। ਨੰਬਰ 1 ਉਦਾਹਰਨ ਹੈ,
ਮੰਨ ਲਓ ਅੱਜ ਐਤਵਾਰ ਹੈ, ਅੱਜ ਸੰਡੇ ਹੈ, ਅੱਜ ਪਰਮੇਸ਼ਰ ਦਾ ਪਵਿੱਤਰ ਆਰਾਧਨਾ ਹੈ। ਇੱਕ ਇਨਸਾਨ ਨੂੰ ਬੜਾ ਜ਼ਰੂਰੀ ਕੰਮ ਪੈ ਗਿਆ, ਬਹੁਤ ਜ਼ਰੂਰੀ, ਉੱਥੋਂ ਨੂੰ ਫਾਇਦਾ ਹੋਣਾ ਹੈ, ਉਹਨੂੰ 2000 5000 ਦਾ ਫਾਇਦਾ ਹੋਣਾ ਹੈ। ਹੁਣ ਇੱਕ ਵਿਸ਼ਵਾਸੀ ਕੀ ਕਹਿ ਰਿਹਾ ਹੈ, ਮੈਂ ਕੀ ਕਰਾਂ, 5000 ਨੂੰ ਦੇਖਾਂ, 2000 ਨੂੰ ਦੇਖਾਂ, ਜਾਂ ਮੈਂ ਪ੍ਰਭੂ ਦੇ ਵਚਨ ਨੂੰ ਦੇਖਾਂ, ਮੈਂ ਕੀ ਕੰਮ ਕਰਾਂ? ਉੱਥੇ ਯੁੱਧ ਲੱਗੇਗਾ। ਇੱਕ ਦਿਲ ਕਹੇਗਾ ਨਹੀਂ 5000 ਤੇਰਾ ਲਾਸ ਹੋ ਜਾਣਾ ਹੈ, ਤੈਨੂੰ 2000 ਦਾ ਘਾਟਾ ਪੈ ਜਾਣਾ ਹੈ। ਇੱਕ ਆਤਮਾ ਅੰਦਰ ਵਿਚਾਰ ਕਰਦੀ ਨਹੀਂ 2000 ਦਾ ਘਾਟਾ ਪਏਗਾ, ਪ੍ਰਭੂ 20000 ਦੇ ਦੇਗਾ, ਚੱਲ ਤੂੰ ਪ੍ਰਭੂ ਦੇ ਪਹਿਲੇ ਭਵਨ 'ਚ ਚੱਲ, ਪਹਿਲੇ ਪਰਮੇਸ਼ਰ ਦੀ ਆਰਾਧਨਾ ਕਰ, ਪਹਿਲੇ ਪਰਮੇਸ਼ਰ ਦੇ ਘਰ 'ਚ ਚੱਲ। ਔਰ ਜਦੋਂ ਤੁਸੀਂ ਸੋਚਦੇ ਹੋ ਕਿ ਹੁਣ ਮੈਂ ਕੀ ਕਰਾਂ, 5000 ਦੇਖਾਂ, 2000 ਦੇਖਾਂ, ਕਿ ਜਾਂ ਪ੍ਰਭੂ ਦਾ ਘਰ ਦੇਖਾਂ, ਕਿ ਜਾਂ ਪ੍ਰਭੂ ਦਾ ਵਚਨ ਦੇਖਾਂ, ਮੈਂ ਕੀ ਦੇਖਾਂ? ਉਹ ਤੁਹਾਡੀ ਹੁਣ ਆਪਸ ਵਿੱਚ ਯੁੱਧ ਹੋ ਰਿਹਾ। ਜਿੱਦਾਂ ਇਹ ਦੋ ਭਾਈ ਇੱਕ ਦੂਜੇ ਨੂੰ ਧੱਕਾ ਮਾਰਿਆ, ਇੱਕ ਆਤਮਾ ਧੱਕਾ ਮਾਰਦਾ, ਇੱਕ ਸਰੀਰ ਧੱਕਾ ਮਾਰਦਾ, ਕਦੀ ਆਤਮਾ ਧੱਕਾ ਮਾਰਦਾ, ਕਦੀ ਸਰੀਰ ਧੱਕਾ ਮਾਰਦਾ, ਦੋਨਾਂ 'ਚ ਯੁੱਧ ਲੱਗ ਗਿਆ। ਹੁਣ ਮੈਂ ਕੀ ਕਰਾਂ? ਔਰ ਇੱਥੇ ਪਤਾ ਲੱਗਦਾ ਕਿ ਹੁਣ ਕਿਹੜਾ ਇਨਸਾਨ ਸਵਰਗ ਦੇ ਵਾਸਤੇ ਜ਼ੋਰ ਮਾਰਦਾ ਤੇ ਕਿਹੜਾ ਇਨਸਾਨ ਪਰਮੇਸ਼ਵਰ ਦੇ ਰਾਜ ਨੂੰ ਖੋਏਗਾ ਤੇ ਕਿਹੜਾ ਇਸ ਨੂੰ ਗਵਾਏਗਾ। ਜੇ ਤੇ ਤੁਸੀਂ 2000 ਨੂੰ ਦੇਖ ਲਿਆ, ਇਹਦਾ ਮਤਲਬ ਇਹ ਹੈ ਕਿ ਤੁਹਾਡੇ ਜੀਵਨ ਦੇ ਅੰਦਰ ਸ਼ੈਤਾਨ ਨੇ ਤੁਹਾਡੇ ਉੱਤੇ ਕਬਜ਼ਾ ਕਰ ਲਿਆ। ਜੇ ਤੁਸੀਂ 2000 ਨੂੰ ਪਿੱਛੇ ਰੱਖ ਕੇ ਤੇ ਪਰਮੇਸ਼ਰ ਨੂੰ ਪਹਿਲ ਦਿੱਤੀ, ਪ੍ਰਭੂ ਨੂੰ ਪਹਿਲੇ ਦਰਜੇ ਤੇ ਰੱਖਿਆ, ਇਹਦਾ ਮਤਲਬ ਤੁਸੀਂ ਪ੍ਰਭੂ ਦੇ ਰਾਜ ਵਿੱਚ ਵਧੇ। ਬੋਲੋ ਹਾਲੇਲੂਇਆ, ਹਾਲੇਲੂਇਆ। ਇਹਦਾ ਮਤਲਬ ਤੁਸੀਂ ਪ੍ਰਭੂ ਦੇ ਰਾਜ ਵਿੱਚ ਵਧਣਾ ਸ਼ੁਰੂ ਕੀਤਾ। ਔਰ ਜਿਵੇਂ ਜਿਵੇਂ ਤੁਸੀਂ ਪ੍ਰਭੂ ਨੂੰ ਪਹਿਲੇ ਸਥਾਨ ਤੇ ਰੱਖੋਗੇ, ਤਿਵੇਂ ਤਿਵੇਂ ਪਰਮੇਸ਼ਵਰ ਔਰ ਉਹਦੇ ਸਵਰਗ ਦੀਆਂ ਸਭ ਚੀਜ਼ਾਂ ਤੁਹਾਡੇ ਵੱਲ ਆਉਣੀਆਂ ਸ਼ੁਰੂ ਹੋਣਗੀਆਂ। ਬੋਲੋ ਹਾਲੇਲੂਇਆ, ਹਾਲੇਲੂਇਆ। ਬੈਠ ਜਾਓ, ਬੋਲੋ ਹਾਲੇਲੂਇਆ, ਹਾਲੇਲੂਇਆ। ਮੈਂ ਦੇਖ ਰਿਹਾ ਇਸ ਚਰਚ ਦੇ ਵਿੱਚ ਪਰਮੇਸ਼ਰ ਦਾ ਰਾਜ ਆ ਰਿਹਾ ਹੈ। ਆਮੇਨ। ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਪ੍ਰਭੂ ਦਾ ਰਾਜ ਆ ਰਿਹਾ ਹੈ। ਆਮੇਨ। ਤੁਹਾਡੀਆਂ ਸੋਚਾਂ ਦੇ ਵਿੱਚ ਪ੍ਰਭੂ ਦਾ ਰਾਜ ਆ ਰਿਹਾ ਹੈ। ਆਮੇਨ। ਤੁਹਾਡੇ ਵਿਚਾਰਾਂ ਦੇ ਵਿੱਚ ਪ੍ਰਭੂ ਦਾ ਰਾਜ ਆ ਰਿਹਾ ਹੈ। ਆਮੇਨ। ਔਰ ਜਦੋਂ ਪ੍ਰਭੂ ਦਾ ਰਾਜ ਆਏਗਾ, ਸ਼ੈਤਾਨ ਦਾ ਰਾਜ ਖਤਮ ਹੋ ਜਾਏਗਾ। ਜਦੋਂ ਪ੍ਰਭੂ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਆਏਗਾ, ਪਾਪ ਦਾ ਰਾਜ ਖਤਮ ਹੋ ਜਾਏਗਾ। ਹਾਲੇਲੂਇਆ। ਜੀਸਸ ਥੈਂਕ ਯੂ। ਜਿਹਨੂੰ ਤੁਸੀਂ ਪਹਿਲੇ ਸਥਾਨ ਤੇ ਰੱਖੋਗੇ, ਉਹਦੀ ਵੀ ਇੱਕ ਆਦਤ ਹੈ, ਜਿੱਦਾਂ ਦਾ ਤੁਸੀਂ ਪਰਮੇਸ਼ਰ ਨੂੰ ਦਿਓਗੇ ਉਦਾਂ ਦਾ ਹੀ ਉਹ ਤੁਹਾਨੂੰ ਵਾਪਸ ਕਰੇਗਾ। ਬੋਲ ਹਾਲੇਲੂਇਆ, ਹਾਲੇਲੂਇਆ। ਬੋਲ ਹਾਲੇਲੂਇਆ। ਹਾਲੇਲੂਇਆ। ਜਿੱਦਾਂ ਦਾ ਤੁਸੀਂ ਪਰਮੇਸ਼ਰ ਨੂੰ ਰੱਖੋਗੇ, ਪ੍ਰਭੂ ਨੂੰ ਦਿਓਗੇ, ਉਦਾਂ ਦਾ ਹੀ ਉਹ ਪਰਮੇਸ਼ਰ ਤੁਹਾਨੂੰ ਦੇਗਾ। ਜਿੱਦਾਂ ਦਾ ਤੁਸੀਂ ਤੱਕੜੀ 'ਚ ਤੋਲੋਗੇ, ਉਦਾਂ ਦਾ ਹੀ ਉਹ ਤੁਹਾਨੂੰ ਸੌਦਾ ਦੇਗਾ। ਔਰ ਇੱਥੇ ਲਿਖਿਆ ਹੈ ਕਿ ਸਵਰਗ ਦੇ ਰਾਜ ਵਾਸਤੇ ਕੀ ਮਾਰਿਆ ਜਾਂਦਾ ਹੈ? ਜ਼ੋਰ ਮਾਰਿਆ ਜਾਂਦਾ। ਹੁਣ ਆਤਮਾ ਦੇ ਫਲ ਕੀ ਹਨ ਔਰ ਸਰੀਰ ਦੇ ਕੰਮ ਕੀ ਹਨ, ਉਹ ਮੈਂ ਤੁਹਾਨੂੰ ਦੱਸਣ ਲੱਗਾ ਹਾਂ। ਹਾਂਜੀ ਪੜ੍ਹੀਏ। ਆਤਮਾ ਦੇ ਫਲ ਇਹ ਹੈ, ਆਤਮਾ ਦਾ ਫਲ ਇਹ ਹੈ ਪ੍ਰੇਮ। ਸਭ ਤੋਂ ਦੁਨੀਆ ਦੇ ਅੰਦਰ ਅਗਰ ਕੋਈ ਪਵਿੱਤਰ ਪ੍ਰੇਮ ਹੈਗਾ ਤੇ ਉਹ ਪਰਮੇਸ਼ਵਰ ਦਾ ਪ੍ਰੇਮ ਹੈ। ਔਰ ਕਲੀਸਿਆ ਅੱਜ ਤੋਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪਹਿਲਾ ਦਰਜਾ ਜਿਹੜਾ, ਪਹਿਲਾ ਸਥਾਨ ਜਿਹੜਾ, ਪਹਿਲਾ ਪਰਮੇਸ਼ਰ ਨੂੰ ਦਰਜਾ ਆਪਣੇ ਪ੍ਰਭੂ ਨੂੰ ਆਪਣੀ ਜ਼ਿੰਦਗੀ ਵਿੱਚ ਦੇਣਾ ਸ਼ੁਰੂ ਕਰੋ, ਤਾਂ ਅੱਜ ਤੋਂ ਬਾਅਦ ਪਰਮੇਸ਼ਵਰ ਤੁਹਾਨੂੰ ਪਹਿਲੇ ਦਰਜੇ ਉੱਤੇ ਲੈ ਕੇ ਜਾਏਗਾ। ਆਮੇਨ। ਸਭ ਤੋਂ ਪਹਿਲਾ ਦਰਜਾ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਨੂੰ ਦੇਣਾ ਸ਼ੁਰੂ ਕਰੋ। ਜਿਵੇਂ ਐਤਵਾਰ ਦੀ ਸੰਗਤ ਹੈ, ਉਸ ਦਿਨ ਨੂੰ ਕੋਈ ਕੰਮ ਨਾ ਕਰੋ। ਇਸਰਾਈਲੀਆਂ ਨੂੰ ਕਿਹਾ ਗਿਆ ਕਿ ਮੈਂ ਤੁਹਾਨੂੰ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਿੱਚ ਲੈ ਕੇ ਜਾਊਂਗਾ, ਲੇਕਿਨ ਪਹਿਲਾਂ ਤੁਸੀਂ ਮੇਰੇ ਵਚਨ ਨੂੰ ਪੂਰਾ ਕਰੋ। ਮੈਂ ਤੁਹਾਨੂੰ ਦੁਨੀਆ ਦੀਆਂ ਕੌਮਾਂ ਦੇ ਵਿੱਚ ਉੱਚਾ ਕਰਾਂਗਾ, ਪਰ ਪਹਿਲਾਂ ਤੁਸੀਂ ਮੇਰੇ ਵਚਨ ਨੂੰ ਪੂਰਾ ਕਰੋ। ਮੈਂ ਸਾਰੀਆਂ ਆਸ਼ੀਸ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ, ਪਰ ਪਹਿਲਾਂ ਤੁਸੀਂ ਮੇਰੇ ਵਚਨ ਨੂੰ ਪੂਰਾ ਕਰੋ। ਔਰ ਜਦੋਂ ਤੁਸੀਂ ਪ੍ਰਭੂ ਨੂੰ ਆਪਣੇ ਪਹਿਲੇ ਸਥਾਨ ਤੇ ਰੱਖੋਗੇ, ਤਾਂ ਵਚਨ ਤੁਹਾਡੇ ਜੀਵਨ ਦੇ ਵਿੱਚ ਜਿੰਨੀਆਂ ਆਸ਼ੀਸ਼ਾਂ ਦਾ ਭੰਡਾਰ ਪ੍ਰਭੂ ਦੇ ਵਚਨ 'ਚ ਹੈ, ਉਹ ਤੁਹਾਡੇ ਜੀਵਨ ਉੱਤੇ ਖੁੱਲਣਾ ਸ਼ੁਰੂ ਹੁੰਦਾ ਹੈ। ਹਾਲੇਲੂਇਆ। ਤੁਹਾਡੇ ਪਰਿਵਾਰ ਵਿੱਚ ਪਰਮੇਸ਼ਰ ਦਾ ਭੰਡਾਰ ਖੁੱਲਣਾ ਸ਼ੁਰੂ ਹੁੰਦਾ ਹੈ। ਬਰਕਤਾਂ ਦਾ, ਆਸ਼ੀਸ਼ਾਂ ਦਾ ਭੰਡਾਰ, ਚੰਗਿਆਈ ਤੇ ਛੁਟਕਾਰੇ ਦਾ ਭੰਡਾਰ ਜਿਹੜਾ ਹੈ, ਉਹ ਤੁਹਾਡੇ ਪਰਿਵਾਰ ਦੇ ਵਿੱਚ ਸ਼ੁਰੂ ਹੁੰਦਾ ਹੈ। ਪਹਿਲਾ ਹਿੱਸਾ ਆਪਣੇ ਪਰਮੇਸ਼ਰ ਨੂੰ ਦੇਣਾ ਸ਼ੁਰੂ ਕਰੋ। ਪਹਿਲਾ ਪ੍ਰੇਮ ਆਪਣੇ ਪ੍ਰਭੂ ਨੂੰ ਕਰਨਾ ਸ਼ੁਰੂ ਕਰੋ, ਤਾਂ ਉਹ ਵੀ ਤੁਹਾਨੂੰ ਪਹਿਲੇ ਸਥਾਨ ਤੇ ਰੱਖੇਗਾ। ਹਾਂਜੀ ਪੜ੍ਹੀਏ ਅੱਗੇ ਚੱਲ ਕੇ। ਪ੍ਰੇਮ, ਪ੍ਰੇਮ, ਆਨੰਦ, ਆਨੰਦ। ਸ਼ਾਂਤੀ। ਆਨੰਦ ਦਾ ਮਤਲਬ ਕੀ? ਆਨੰਦ ਦਾ ਮਤਲਬ ਕੀ? ਆਨੰਦ ਦਾ ਮਤਲਬ ਹੁੰਦਾ ਖੁਸ਼। ਆਨੰਦ ਦਾ ਮਤਲਬ ਹੈ ਖੁਸ਼। ਹੁਣ ਇਹ ਨਹੀਂ ਕਿ ਅਸੀਂ ਖੁਸ਼ ਕਿੱਦਾਂ ਰਹਿਣਾ। ਮੇਰੇ ਵੱਲ ਦੇਖੋ ਸਭ ਜਣ। ਤੁਹਾਨੂੰ ਕਿਸੇ ਨੇ ਸਤਾਇਆ, ਚਰਚ ਜਾਣਾ ਸ਼ੁਰੂ ਕੀਤਾ, ਲੈ ਤੂੰ ਵੀ ਹੁਣ ਚਰਚ ਜਾਣ ਲੱਗ ਪਿਆ।
ਕਿਸੇ ਰਿਸ਼ਤੇਦਾਰ ਨੇ ਤਾਨਾ ਮਾਰਿਆ, ਕਿਸੇ ਪੜੋਸੀ ਨੇ ਤੁਹਾਨੂੰ ਕਹਿ ਦਿੱਤਾ ਲੈ ਤੂੰ ਚਰਚ ਜਾਣ ਲੱਗ ਪਿਆ, ਉਹਦੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ। ਉਸ ਸਮੇਂ ਆਨੰਦ ਕਰੋ। ਕੀ ਕਰੋ ਤੁਸੀਂ? ਪਰਮੇਸ਼ਰ ਨੂੰ ਪਿਆਰ ਕਰਕੇ, ਪ੍ਰਭੂ ਨੂੰ ਪਹਿਲੇ ਦਰਜੇ ਉੱਤੇ ਰੱਖ ਕੇ ਆਨੰਦ ਕਰੋ। ਤਾਨਾ ਵੱਜਾ, ਆਨੰਦ ਕਰੋ। ਬਿਮਾਰੀ ਆਈ, ਆਨੰਦ ਕਰੋ। ਕਿਸੇ ਨੇ ਤੁਹਾਨੂੰ ਸਤਾਇਆ, ਆਨੰਦ ਕਰੋ। ਕਿਸੇ ਨੇ ਤੁਹਾਨੂੰ ਕੋਈ ਤਾਨੇ ਤੇ ਮਿਹਣੇ ਮਾਰ ਦਿੱਤੇ, ਆਨੰਦ ਕਰੋ। ਕਿਸੇ ਨੇ ਤੁਹਾਨੂੰ ਕੋਈ ਗੱਲ ਕਹਿ ਦਿੱਤੀ ਤਾਂ ਆਨੰਦ ਕਰੋ। ਪ੍ਰੀਖਿਆ, ਅਜਮਾਇਸ਼, ਦੁੱਖ, ਗਰੀਬੀ ਵੀ ਆ ਗਈ, ਪ੍ਰਭੂ ਦੇ ਵਚਨ ਤੇ ਵਿਸ਼ਵਾਸ ਕਰਦੇ ਕਰਦੇ ਤੇ ਪ੍ਰਭੂ ਦੇ ਵਿੱਚ ਆਨੰਦ ਕਰੋ। ਹਾਲੇਲੂਇਆ, ਹਾਲੇਲੂਇਆ। ਹਾਂਜੀ ਪੜ੍ਹੀਏ ਜੀ। ਆਨੰਦ, ਸ਼ਾਂਤੀ, ਸ਼ਾਂਤੀ, ਧੀਰਜ, ਧੀਰਜ, ਦਿਆਲਗੀ, ਦਿਆਲਗੀ, ਭਲਾਈ, ਭਲਾਈ, ਵਫਾਦਾਰੀ। ਪ੍ਰਭੂ ਨਾਲ ਵਫਾਦਾਰੀ ਕਰਦੇ। ਪ੍ਰਭੂ ਨਾਲ ਆਪਣੀ ਜ਼ਿੰਦਗੀ ਵਿੱਚ ਵਫਾਦਾਰੀ ਕਰੋ। ਵਫਾਦਾਰ ਦਾ ਮਤਲਬ ਇੱਕ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ 'ਚ ਰੱਖੋ, ਇੱਕ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਵਿੱਚ ਰੱਖੋ। ਉਸ ਤੋਂ ਬਾਅਦ ਵਫਾਦਾਰੀ ਆ ਜਾਂਦੀ ਹੈ ਦੂਸਰੇ ਨੰਬਰ ਦੇ ਉੱਤੇ, ਪ੍ਰਭੂ ਯਿਸੂ ਮਸੀਹ ਨਾਲ ਵਫਾਦਾਰੀ ਕਰੋ, ਪਵਿੱਤਰ ਆਤਮਾ ਨਾਲ ਵਫਾਦਾਰੀ ਕਰੋ, ਆਪਣੇ ਸੇਵਕ ਨਾਲ ਵਫਾਦਾਰੀ ਕਰੋ ਜਿਹੜਾ ਤੁਹਾਡੇ ਵਾਸਤੇ ਦਿਨ ਰਾਤ ਪ੍ਰਾਰਥਨਾ ਕਰ ਰਿਹਾ ਹੈ, ਆਪਣੇ ਪਾਸਟਰ ਨਾਲ ਵਫਾਦਾਰੀ ਕਰੋ ਔਰ ਆਪਣੇ ਭਵਨ ਦੇ ਨਾਲ ਵਫਾਦਾਰੀ ਕਰੋ। ਜਿੱਥੇ ਦੋ ਚੀਜ਼ਾਂ ਹੁੰਦੀਆਂ ਨੇ, ਅੱਜ ਉੱਥੇ ਚਰਚ ਗਏ, ਕੱਲ ਉੱਥੇ ਚਰਚ ਗਏ, ਪਰਸੋਂ ਉੱਥੇ ਚਰਚ ਗਏ, ਨਹੀਂ। ਪ੍ਰਭੂ ਦੇ ਪਿਆਰੇ ਲੋਕੋ, ਵਫਾਦਾਰੀ ਪਰਮੇਸ਼ਰ ਨੂੰ ਚੰਗੀ ਲੱਗਦੀ ਹੈ। ਇਸ ਕਰਕੇ ਯਾਦ ਰੱਖੋ, ਵਫਾਦਾਰੀ ਕਰੋ। ਜੋ ਤੁਸੀਂ ਵਫਾਦਾਰੀ ਕਰੋਗੇ ਤਾਂ ਪ੍ਰਭੂ ਨੂੰ ਤੁਹਾਡਾ ਜੀਵਨ ਖੁਸ਼ੀ ਵਿੱਚ ਬਦਲੇਗਾ। ਹਾਲੇਲੂਇਆ, ਹਾਲੇਲੂਇਆ। ਹਾਂ, ਵਫਾਦਾਰੀ। ਹਾਂਜੀ, ਉਸ ਤੋਂ ਬਾਅਦ ਨਰਮਾਈ, ਨਰਮਾਈ ਔਰ ਸੰਜਮ। ਸੰਜਮ। ਹਾਂ, ਇਹ 9 ਚੀਜ਼ਾਂ ਹਨ, 9 ਫਲ ਹਨ ਜੋ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਦੇਖਣਾ ਚਾਹੁੰਦਾ ਹੈ। ਔਰ ਜਦੋਂ ਤੁਸੀਂ 9 ਕੰਮ ਆਪਣੀ ਜ਼ਿੰਦਗੀ ਵਿੱਚ ਕਰਦੇ ਹੋ, ਫਿਰ ਸ਼ੈਤਾਨ ਦਾ ਰਾਜ ਤੁਹਾਡੇ ਜੀਵਨ 'ਚ ਖਤਮ ਹੋਣਾ ਸ਼ੁਰੂ ਹੁੰਦਾ। ਉਸ ਤੋਂ ਪਹਿਲਾਂ ਅਸੀਂ 21 ਵਚਨ ਪੜ੍ਹੀ, ਉੱਥੇ ਲਿਖਿਆ ਸਰੀਰ ਦੇ ਫਲ ਵੀ ਕੁਛ ਹਨ। 20 ਤੋਂ ਪੜ੍ਹਦੀ, 20 ਤੋਂ ਪੜ੍ਹੀਏ। ਮੂਰਤੀ ਪੂਜਾ। 19 ਤੋਂ ਦੇਖੋ, 19 ਤੋਂ ਦੇਖੋ। ਹਾਂਜੀ, ਹੁਣ ਸਰੀਰ ਦੇ ਕੰਮ ਤਾਂ ਪ੍ਰਗਟ ਹਨ। ਹਾਂਜੀ, ਉਹ ਇਹ ਹਨ, ਹਰਾਮਕਾਰੀ, ਗੰਦਮੰਦ। ਜਦੋਂ ਤੁਸੀਂ ਹਰਾਮਕਾਰੀ ਵਰਗੇ ਪਾਪਾਂ ਦੇ ਵਿੱਚ ਲਿਬੜੇ ਰਹਿੰਦੇ ਹੋ, ਮੇਰੇ ਵੱਲ ਦੇਖੋ ਕਲੀਸਿਆ, ਮੈਂ ਕਲੀਅਰ ਬੋਲਣਾ ਚਾਹੁੰਦਾ ਬਿਲਕੁਲ, ਕਿ ਇਹਨੂੰ ਚੰਗਾ ਲੱਗੇ ਚਾਹੇ ਨਾ ਲੱਗੇ। ਜਦੋਂ ਤੱਕ ਇੱਕ ਵਿਸ਼ਵਾਸੀ ਹਰਾਮਕਾਰੀ ਦੇ ਪਾਪਾਂ ਵਿੱਚ ਲਿਬੜਿਆ ਰਹੇਗਾ, ਬਾਈਬਲ ਦੇ ਅੰਦਰ ਇਹ ਸਭ ਤੋਂ ਵੱਡਾ ਗੁਨਾਹ ਹੈ। ਬਾਈਬਲ ਦੇ ਅੰਦਰ ਇਹ ਸਭ ਤੋਂ ਵੱਡਾ ਗੁਨਾਹ ਹੈ। ਔਰ ਵਚਨ 'ਚ ਲਿਖਿਆ ਯਾਕੂਬ ਦੀ ਪੱਤਰੀ ਵਿੱਚ, ਸੰਸਾਰ ਦਾ ਮਿੱਤਰਚਾਰਾ ਪਰਮੇਸ਼ਰ ਨਾਲ ਵੈਰ ਰੱਖਣ ਦੇ ਬਰਾਬਰ ਹੈ। ਤੁਸੀਂ ਪਰਮੇਸ਼ਰ ਦੇ ਵੈਰੀ ਬਣ ਜਾਂਦੇ ਹੋ, ਪਰਮੇਸ਼ਰ ਤੁਹਾਡਾ ਵੈਰੀ ਬਣ ਜਾਂਦਾ ਹੈ। ਜਦੋਂ ਤੁਸੀਂ ਹਰਾਮਕਾਰੀ ਵਰਗੇ ਪਾਪਾਂ ਵਿੱਚ ਲਿਬੜੇ ਰਹਿੰਦੇ ਹੋ ਤਾਂ ਪਰਮੇਸ਼ਰ ਤੁਹਾਡਾ ਵੈਰੀ ਬਣ ਜਾਂਦਾ, ਤੁਸੀਂ ਪਰਮੇਸ਼ਰ ਦੇ ਵੈਰੀ ਬਣ ਜਾਂਦੇ ਹੋ। ਸੰਸਾਰ ਦਾ ਮਿੱਤਰਚਾਰਾ ਜਿਹੜਾ ਹੈ ਉਹ ਇੱਕ ਦੂਜੇ ਨਾਲ ਵੈਰ ਰੱਖਣ ਦੇ ਬਰਾਬਰ ਹੈ। ਔਰ ਵਚਨ 'ਚ ਲਿਖਿਆ ਇਹ ਵੀ ਸਰੀਰ ਦਾ ਕੰਮ ਹੈ। ਜਦੋਂ ਤੁਸੀਂ ਸਰੀਰ ਦਾ ਕੰਮ ਕਰੋਗੇ, ਤੁਹਾਡੇ ਜੀਵਨ ਦੇ ਵਿੱਚ ਪ੍ਰਭੂ ਦਾ ਰਾਜ ਘਟੇਗਾ। ਔਰ ਜਦੋਂ ਤੁਸੀਂ ਆਤਮਾ ਦੇ ਕੰਮ ਕਰੋਗੇ, ਪਰਮੇਸ਼ਰ ਦਾ ਰਾਜ ਤੁਹਾਡੇ ਜੀਵਨ 'ਚ ਵਧੇਗਾ। ਹੁਣ ਤੁਸੀਂ ਦੇਖਣਾ ਕਿਹੜੇ ਕੰਮ ਵਾਸਤੇ ਜ਼ੋਰ ਮਾਰਨਾ ਹੈ। ਕੀ ਤੁਸੀਂ ਸੰਸਾਰ ਦੇ ਪਾਪ ਦੇ ਵਾਸਤੇ ਜ਼ੋਰ ਮਾਰਨਾ, ਜਾਂ ਤੁਸੀਂ ਪਰਮੇਸ਼ਰ ਦੇ ਰਾਜ ਵਾਸਤੇ ਜ਼ੋਰ ਮਾਰਨਾ ਹੈ? ਔਰ ਬਾਈਬਲ 'ਚ ਲਿਖਿਆ ਜਿਹੜੇ ਸਵਰਗ ਦੇ ਰਾਜ ਵਾਸਤੇ ਜ਼ੋਰ ਮਾਰਦੇ ਆ, ਉਹ ਪ੍ਰਭੂ ਦੇ ਰਾਜ ਨੂੰ ਖੋ ਲੈਂਦੇ ਹਨ। ਸਵਰਗ ਦੇ ਰਾਜ ਨੂੰ ਖੋ ਲੈਂਦੇ ਆ। ਕਿੱਥੋਂ ਖੋ ਲੈਂਦੇ ਆ? ਕਈ ਵਾਰੀ ਮੇਰਾ ਬੱਚਾ ਜੋਇਲ, ਇੱਕ ਮੇਰਾ ਬੱਚਾ, ਇੱਕ ਮੇਰੀ ਬੇਟੀ, ਇਹਨਾਂ ਨੂੰ ਜਦੋਂ ਕਿਸੇ ਪੈਸੇ ਦੀ ਲੋੜ ਪੈਂਦੀ ਹੈ ਨਾ, ਇਹ ਆਏਗਾ ਮੇਰੀ ਜੇਬ 'ਚ ਦੇਖੇਗਾ, 10 ਰੁਪਏ ਕੱਢ ਕੇ ਲੈ ਜਾਊਗਾ, ਧੱਕੇ ਨਾ ਖੁੱਚ ਕੇ ਲੈ ਜਾਊਗਾ, ਕਿਉਂਕਿ ਮੇਰਾ ਇਹਦਾ ਸੰਬੰਧ ਹੈ। ਮੇਰਾ ਤੇ ਇਹਦਾ ਸੰਬੰਧ ਹੈ। ਜਦੋਂ ਤੁਹਾਡਾ ਸੰਬੰਧ ਪਰਮੇਸ਼ਵਰ ਨਾਲ ਹੁੰਦਾ ਹੈ, ਤੁਸੀਂ ਜ਼ੋਰ ਨਾਲ ਪ੍ਰਭੂ ਦੇ ਹੱਥਾਂ 'ਚੋਂ ਚੀਜ਼ਾਂ ਖੋਹ ਕੇ ਲੈ ਸਕਦੇ ਹੋ। ਤੁਸੀਂ ਜ਼ੋਰ ਨਾਲ ਪ੍ਰਭੂ ਦੇ ਕੋਲੋਂ ਖੋਹ ਲਓਗੇ। ਤੁਸੀਂ ਜ਼ੋਰ ਨਾਲ ਪਰਮੇਸ਼ਰ ਦੇ ਕੋਲੋਂ ਖੋਲੋਗੇ ਚੀਜ਼ਾਂ, ਆਪਣੇ ਪ੍ਰਭੂ ਦੇ ਖੋਲੋਗੇ ਚੀਜ਼ਾਂ। ਇਹ ਨਹੀਂ ਕਿ ਪਰਮੇਸ਼ਰ ਦੇਣਾ ਨਹੀਂ ਚਾਹੁੰਦਾ। ਜੇ ਇੱਕ ਸੰਸਾਰਿਕ ਬਾਪ ਆਪਣਾ ਬੱਚੇ ਨੂੰ ਸਭ ਚੀਜ਼ਾਂ ਦੇਣਾ ਚਾਹੁੰਦਾ, ਤੇ ਤੁਹਾਡਾ ਸਵਰਗੀ ਪਿਤਾ ਕਿੰਨੀਆਂ ਵਧੀਕ ਤੁਹਾਨੂੰ ਚੀਜ਼ਾਂ ਦੇਣਾ ਚਾਹੁੰਦਾ। ਪਰ ਯਾਦ ਰੱਖੋ, ਆਪਣੇ ਜੀਵਨ ਦੇ ਵਿੱਚ ਪਾਪਾਂ ਨੂੰ, ਗੁਨਾਹਾਂ ਨੂੰ ਖਤਮ ਕਰੋ ਤੇ ਆਪਣੇ ਜੀਵਨ 'ਚ ਸਵਰਗੀ ਰਾਜ ਲੈ ਕੇ ਆਓ, ਤਾਂ ਵਚਨ 'ਚ ਲਿਖਿਆ ਤੁਹਾਨੂੰ ਸਾਰੀਆਂ ਚੀਜ਼ਾਂ ਦਿੱਤੀਆਂ
ਜਾਣਗੀਆਂ। ਹਾਂਜੀ ਪੜ੍ਹੀਏ। ਹਰਾਮਕਾਰ, ਗੰਦਮੰਦ, ਲੋਚਪੁਣਾ, ਮੂਰਤੀ ਪੂਜਾ। ਸਰੀਰ ਦੇ ਕੰਮ ਕੀ? ਮੈਂ ਜਿਵੇਂ ਸਰੀਰ ਦੇ ਕੰਮ ਤੁਹਾਡੇ ਜੀਵਨ 'ਚ ਘਟਣਗੇ ਤੇ ਪ੍ਰਭੂ ਦਾ ਰਾਜ ਵਧੇਗਾ। ਜਦੋਂ ਆਤਮਾ ਦਾ ਕੰਮ ਤੁਹਾਡੇ ਜੀਵਨ 'ਚ ਵਧੇਗਾ ਤੇ ਸਰੀਰ ਘਟੇਗਾ। ਬੋਲ ਹਾਲੇਲੂਇਆ। ਹਾਲੇਲੂਇਆ। ਸਰੀਰ ਦਾ ਕੰਮ ਪਹਿਲੇ ਵੇਖੋ 19 ਵਚਨ 'ਚੋਂ। ਹਾਂਜੀ, ਸਰੀਰ ਦੇ ਕੰਮ ਤਾਂ ਪ੍ਰਗਟ ਹਨ। ਸਰੀਰ ਦੇ ਕੰਮ ਤਾਂ ਪ੍ਰਗਟ ਹਨ। ਇਹ ਹਨ, ਇਹ ਉਹ ਹਨ, ਹਰਾਮਕਾਰੀ, ਹਰਾਮਕਾਰੀ, ਗੰਦਮੰਦ, ਗੰਦਮੰਦ, ਲੋਚਪੁਣਾ, ਲੋਚਪੁਣਾ, ਮੂਰਤੀ ਪੂਜਾ, ਮੂਰਤੀ ਪੂਜਾ, ਜਾਦੂਗਰੀ, ਜਾਦੂਗਰੀ, ਵੈਰ, ਵੈਰ, ਝਗੜੇ, ਝਗੜੇ, ਹਸਦ, ਹਸਦ, ਕ੍ਰੋਧ, ਕ੍ਰੋਧ, ਧੜੇਬਾਜ਼ੀਆਂ, ਧੜੇਬਾਜ਼ੀਆਂ, ਫੁੱਟਾਂ, ਫੁੱਟਾਂ, ਬਿਦਤਾ, ਬਿਦਤਾਂ, ਖਾਰ, ਖਾਰ, ਨਸ਼ੇ, ਨਸ਼ੇ, ਬਦਮਸਤੀਆਂ ਬਦਮਸਤੀਆਂ। ਅਤੇ ਹੋਰ ਇਹੋ ਜਿਹੇ ਕੰਮ। ਇਹ ਵੀ ਸ਼ਾਇਦ 9 ਤਰ੍ਹਾਂ ਦੇ ਨੇ। ਹੁਣ ਦੋਨੇ ਸਰੀਰ ਇੱਕ ਆਤਮਾ ਦਾ ਸਰੀਰ ਹੈ। ਮੇਰੇ ਵੱਲ ਦੇਖੋ ਯਾਰ, ਮੇਰੇ ਵੱਲ ਦੇਖੋ, ਪ੍ਰਚਾਰ ਨਹੀਂ ਕਰ ਰਿਹਾ ਜੀ। ਦੋਨੇ ਮੇਰੇ ਵੱਲ ਦੇਖੋ, ਮੇਰੇ ਵੱਲ ਦੇਖੋ। ਇੱਕ ਪਾਸੇ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਅੰਦਰ ਰਾਜ ਕਾਇਮ ਕਰਨਾ ਚਾਹੁੰਦਾ ਹੈ, ਦੂਸਰੇ ਨੰਬਰ ਤੇ ਸ਼ੈਤਾਨ ਤੁਹਾਡੀ ਜ਼ਿੰਦਗੀ ਦੇ ਅੰਦਰ ਰਾਜ ਕਾਇਮ ਕਰਨਾ ਚਾਹੁੰਦਾ ਹੈ। ਵਿਚਕਾਰ ਤੁਸੀਂ ਹੋ, ਵਿਚਕਾਰ ਤੁਸੀਂ ਹੋ। ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ, ਆ ਦੇਖੋ ਧਿਆਨ ਨਾਲ, ਮੇਰੇ ਵੱਲ ਦੇਖੋ। ਪਹਿਲਾ ਕੰਮ ਪੜੋ। ਹਾਂਜੀ, ਸਰੀਰ ਦਾ ਪੜੋ। ਹਰਾਮਕਾਰੀ, ਇਹ ਹੈ ਆਤਮਾ, ਆਹ ਸਰੀਰ, ਦੋਨੇ ਜੁੜੇ ਹੋਏ ਨੇ। ਹੁਣ ਪਹਿਲਾ ਕੰਮ ਅਸੀਂ ਕੀ ਕੀਤਾ? ਹਰਾਮ ਕਾਰੀ, ਆਤਮਾ ਦਾ ਲੈਵਲ ਡਾਊਨ ਆ ਗਿਆ। ਅੱਜ ਪੜ੍ਹੀ। ਗੰਦਮੰਦ, ਹੋਰ ਆਤਮਾ ਦਾ ਲੈਵਲ ਡਾਊਨ ਹੋ ਗਿਆ। ਲੋਚਪੁਣਾ, ਹੋਰ ਆਤਮਾ ਦਾ ਲੈਵਲ ਡਾਊਨ ਹੋ ਗਿਆ। ਮੂਰਤੀ ਪੂਜਾ, ਹੋਰ ਆਤਮਾ ਦਾ ਲੈਵਲ ਡਾਊਨ ਹੋ ਗਿਆ। ਜਾਦੂਗਰੀ, ਹੋਰ ਆਤਮਾ ਲੈਵਲ ਡਾਊਨ ਹੋ ਗਿਆ। ਵੈਰ, ਹੋਰ ਆਤਮਾ ਡਾਊਨ ਹੋ ਗਈ। ਝਗੜੇ, ਹੋਰ ਤੁਹਾਡੀ ਆਤਮਾ ਡਾਊਨ ਹੋ ਗਈ। ਹਸਦ, ਹੋਰ ਆਤਮਾ ਡਾਊਨ ਹੋ ਗਈ। ਕ੍ਰੋਧ, ਉਸ ਤੋਂ ਬਾਅਦ ਆਤਮਾ ਤੁਹਾਨੂੰ ਛੱਡ ਕੇ ਚਲੇ ਗਿਆ, ਕੱਲਾ ਸਰੀਰ ਬਚ ਗਿਆ। ਕੱਲਾ ਸਰੀਰ ਬਚ ਗਿਆ। ਜਦੋਂ ਕੱਲਾ ਸਰੀਰ ਬਚੇਗਾ ਫਿਰ ਤੁਹਾਡੀ ਬੇਚੈਨੀ, ਜਿੱਥੇ ਮਰਜ਼ੀ ਤੁਸੀਂ ਚੱਲ ਜਾਓ, ਇੰਗਲੈਂਡ ਚੱਲ ਜਾਓ, ਅਮਰੀਕਾ ਚੱਲ ਜਾਓ, ਕੈਨੇਡਾ ਚੱਲ ਜਾਓ, ਲੱਖਾਂ ਰੁਪਇਆ ਕਮਾ ਲਓ, ਤੁਹਾਡੀ ਜ਼ਿੰਦਗੀ ਦੇ ਅੰਦਰ ਬੇਚੈਨੀ ਰਹੇਗੀ, ਕਿਉਂ? ਕੱਲਾ ਸਰੀਰ ਆ। ਹੁਣ ਇਸ ਸਰੀਰ ਵਿੱਚ ਸ਼ਾਂਤੀ ਚਲੇ ਗਈ, ਇਸ ਸਰੀਰ ਵਿੱਚੋਂ ਪਰਮੇਸ਼ਰ ਦੀ ਕਿਰਪਾ ਚਲੇ ਗਈ, ਇਹ ਕੱਲਾ ਸਰੀਰ ਬਚ ਗਿਆ। ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰਭੂ ਦਾ ਵਚਨ ਸੁਣਿਆ ਔਰ ਵਚਨ ਸੁਣਨਾ ਸ਼ੁਰੂ ਕੀਤਾ, ਕੱਲਾ ਸਰੀਰ ਬਚਿਆ। ਉਸ ਤੋਂ ਬਾਅਦ ਜਦੋਂ ਤੁਸੀਂ ਆਤਮਾ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਆਪਣੇ ਜੀਵਨ ਦੇ ਵਿੱਚ, ਆਤਮਾ ਦੇ ਕੰਮ ਜਦੋਂ ਤੁਸੀਂ ਆਪਣੇ ਜੀਵਨ 'ਚ ਕਰਨੇ ਸ਼ੁਰੂ ਕਰ ਦਿੱਤੇ ਤੇ ਫਿਰ ਕੀ ਹੁੰਦਾ ਹੈ? ਆਤਮਾ ਦੇ ਕੰਮ ਪੜੋ ਜੀ। ਆਤਮਾ ਦਾ ਫਲ ਇਹ ਹੈ, ਮੇਰੇ ਵੱਲ ਦੇਖੋ ਸਮਝ। ਪ੍ਰੇਮ, ਜਿਵੇਂ ਜਿਵੇਂ ਤੁਸੀਂ ਪ੍ਰਭੂ ਨਾਲ ਪ੍ਰੇਮ ਕਰਨਾ ਸ਼ੁਰੂ ਕੀਤਾ, ਸਰੀਰ ਦੇ ਕੰਮ ਕਰਨੇ। ਹਾਂਜੀ, ਪ੍ਰੇਮ, ਆਨੰਦ, ਆਤਮਾ ਵੱਧਦਾ ਜਾ ਰਿਹਾ ਹੈ। ਸ਼ਾਂਤੀ, ਹਾਂਜੀ, ਧੀਰਜ, ਸਰੀਰ ਘਟਦਾ ਜਾ ਰਿਹਾ ਹੈ। ਦਿਆਲਗੀ, ਸਰੀਰ ਘਟ ਗਿਆ, ਭਲਾਈ ਆਤਮਾ ਵੱਧ ਗਿਆ, ਔਰ ਵਫਾਦਾਰੀ, ਵੱਧਦਾ ਗਿਆ। ਨਰਮਾਈ। 9 ਫਲ ਪੂਰੇ ਕੰਮ ਕਰ ਲਏ ਔਰ ਜਦੋਂ ਤੁਸੀਂ 9 ਕੰਮ ਆਪਣੇ ਜੀਵਨ 'ਚ ਕਰਨੇ ਸ਼ੁਰੂ ਕੀਤੇ, ਪ੍ਰਭੂ ਦਾ ਰਾਜ ਤੁਹਾਡੀ ਜ਼ਿੰਦਗੀ ਵਿੱਚ ਆ ਗਿਆ। ਹਾਲੇਲੂਇਆ। ਜਦੋਂ ਤੁਸੀਂ ਰਾਜ ਵਾਸਤੇ ਜ਼ੋਰ ਮਾਰਿਆ ਤੇ ਕਲਾਮ 'ਚ ਲਿਖਿਆ, ਜ਼ੋਰ ਮਾਰਨ ਵਾਲੇ ਪ੍ਰਭੂ ਦਾ ਰਾਜ ਖੋ ਲੈਂਦੇ ਹਨ। ਲੈਂਦੇ ਨੇ। ਹੁਣ ਪਹਿਲਾ ਕੰਮ ਅਸੀਂ ਪ੍ਰੇਮ ਕਿੱਦਾਂ ਕਰੀਏ? ਪਰਮੇਸ਼ਰ ਨੇ ਵਚਨ 'ਚ ਲਿਖਿਆ ਹੈ, ਪ੍ਰੇਮ ਅਸੀਂ ਕਿੱਦਾਂ ਕਰੀਏ? ਜੇ ਤੁਸੀਂ ਮੇਰੇ ਵਚਨਾਂ ਨੂੰ ਪਿਆਰ ਕਰਦੇ ਹੋ, ਮੇਰੇ ਹੁਕਮਾਂ ਨੂੰ ਮੰਨੋਗੇ। ਪਹਿਲਾ ਕੰਮ, ਜੇ ਤੁਸੀਂ ਮੈਨੂੰ ਪ੍ਰੇਮ ਕਰਦੇ ਨਾ, ਮੇਰੇ ਪ੍ਰੇਮ, ਮੈਨੂੰ ਪ੍ਰੇਮ ਕਰਦੇ, ਮੈਨੂੰ ਪ੍ਰਭੂ ਨੇ ਕਿਹਾ ਯਹੋਨਾ ਦੀ ਇੰਜੀਲ 15:14 'ਚ ਲਿਖਿਆ, ਜੇ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ। 14:15 'ਚ ਲਿਖਿਆ ਹੈ, ਯਹੋਨਾ ਦੀ ਇੰਜੀਲ 14 ਦੇ ਉਹਦੇ 15, ਜੇ ਤੁਸੀਂ ਮੈਨੂੰ ਪ੍ਰੇਮ ਕਰਦੇ। ਜੇ ਦਾ ਮਤਲਬ ਨਹੀਂ ਵੀ ਤੇ ਹਾਂ ਵੀ, ਤੁਸੀਂ ਕਰ ਵੀ ਸਕਦੇ ਹੋ ਤੇ ਨਹੀਂ, ਪਰ ਜੇ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ ਤੇ ਸਭ ਤੋਂ ਪਹਿਲਾਂ ਮੇਰੇ ਹੁਕਮ ਨੂੰ ਮੰਨੋਗੇ, ਹੁਕਮ ਨੂੰ ਮੰਨੋਗੇ। ਔਰ ਪਹਿਲਾ ਕੰਮ ਅਸੀਂ ਪ੍ਰਭੂ ਨੂੰ ਕਿੱਦਾਂ ਪ੍ਰੇਮ ਅਸੀਂ ਕਰੀਏ?
ਨੰਬਰ 1 ਪ੍ਰਾਰਥਨਾ। ਉੱਚੀ ਆਵਾਜ਼ ਨਾਲ ਬੋਲੋ ਪ੍ਰਾਰਥਨਾ। ਪ੍ਰਾਰਥਨਾ। ਕੀ ਕਰਨਾ ਸੀ? ਪ੍ਰਾਰਥਨਾ। ਸਵਰਗ ਦੇ ਰਾਜ ਨੂੰ ਆਪਣੇ ਜੀਵਨ 'ਚ ਲੈ ਕੇ ਆਉਣ ਵਾਸਤੇ ਕੀ ਕਰਨਾ? ਪ੍ਰਾਰਥਨਾ। ਆਪਣੇ ਪਰਿਵਾਰ ਦੇ ਵਿੱਚ ਸਵਰਗ ਨੂੰ ਲੈ ਕੇ ਆਉਣ ਵਾਸਤੇ ਕੀ ਕਰਨਾ? ਪ੍ਰਾਰਥਨਾ। ਆਪਣੀ ਜ਼ਿੰਦਗੀ ਵਿੱਚ ਸਵਰਗ ਨੂੰ ਕਾਇਮ ਕਰਨ ਵਾਸਤੇ ਕੀ ਕਰਨਾ? ਪ੍ਰਾਰਥਨਾ। ਆਪਣੇ ਬੱਚਿਆਂ ਦੀ ਜ਼ਿੰਦਗੀ ਵਿੱਚ ਸਵਰਗ ਨੂੰ ਲੈ ਕੇ ਆਉਣਾ ਕੀ ਕਰਨਾ? ਆਪਣੀ ਜ਼ਿੰਦਗੀ ਦੇ ਵਿੱਚ ਸਵਰਗ ਨੂੰ ਲੈ ਕੇ ਆਣਾ, ਆਪਣੇ ਪ੍ਰਭੂ ਨੂੰ ਲੈ ਕੇ ਆਉਣਾ, ਆਪਣੇ ਅਭਿਸ਼ੇਕ ਨੂੰ ਲੈ ਕੇ ਆਉਣਾ। ਪ੍ਰਭੂ ਦੇ ਤਾਕਤ ਨਾਲ ਭਰਨਾ, ਮਸਾ ਨਾਲ ਭਰਨਾ, ਸਾਮਰਥ ਨਾਲ ਭਰਨਾ, ਅਭਿਸ਼ੇਕ ਨਾਲ ਭਰਨਾ, ਵਰਦਾਨਾਂ ਨਾਲ ਭਰਨਾ। ਤੇ ਕੀ ਕਰੀਏ? ਕਿੱਦਾਂ ਸ਼ੈਤਾਨ ਨੂੰ ਖਤਮ ਕਰੀਏ ਆਪਣੀ ਜ਼ਿੰਦਗੀ ਵਿੱਚ? ਸ਼ੈਤਾਨ ਨੂੰ ਆਪਣੀ ਜ਼ਿੰਦਗੀ ਵਿੱਚ ਕਿੱਦਾਂ ਖਤਮ ਕਰੀਏ? ਪਾਪ ਨੂੰ ਆਪਣੀ ਜ਼ਿੰਦਗੀ ਵਿੱਚ ਕਿੱਦਾਂ ਖਤਮ ਕਰੀਏ? ਤੇ ਪਹਿਲਾ ਕੰਮ ਇਹ ਹੈ, ਆਪਣੀ ਜ਼ਿੰਦਗੀ ਨੂੰ ਸਵਰਗ ਦੇ ਵਿੱਚ ਲੈ ਕੇ ਆਉਣਾ, ਆਪਣੇ ਕਰੈਕਟਰ ਨੂੰ ਸਵਰਗੀ ਬਣਾਉਣਾ, ਆਪਣੇ ਜੀਵਨ ਨੂੰ ਪਵਿੱਤਰ ਕਰਨਾ। ਕਿੱਦਾਂ ਕਰੀਏ? ਨੰਬਰ 1 ਪ੍ਰਾਰਥਨਾ। ਜਿਹੜਾ ਵਿਸ਼ਵਾਸੀ ਪ੍ਰਾਰਥਨਾ ਨਹੀਂ ਕਰਦਾ, ਉਹਦੇ ਜੀਵਨ 'ਚ ਕਦੀ ਸਵਰਗ ਨਹੀਂ ਆ ਸਕਦਾ। ਜਿਹੜਾ ਵਿਸ਼ਵਾਸੀ ਪ੍ਰਾਰਥਨਾ ਨਹੀਂ ਕਰਦਾ, ਕਲੀਸਿਆ ਯਾਦ ਰੱਖੋ, ਉਹਦੇ ਜੀਵਨ 'ਚ ਕਦੀ ਸਵਰਗ ਨਹੀਂ ਆ ਸਕਦਾ। ਪਹਿਲਾ ਕੰਮ ਇਹ ਹੈ, ਹੁਣ ਤੁਸੀਂ ਕਿਹਨੂੰ ਆਪਣਾ ਜੀਵਨ ਦਿਓਗੇ? ਕਿ ਸ਼ੈਤਾਨ ਨੂੰ, ਜਾਂ ਜਿਸ ਨੇ ਤੁਹਾਨੂੰ ਬਣਾਇਆ, ਜਾਂ ਜਿਸ ਪਰਮੇਸ਼ਰ ਨੇ ਤੁਹਾਨੂੰ ਰਚਿਆ, ਜਾਂ ਤੁਸੀਂ ਉਹਨੂੰ ਖੁਸ਼ ਕਰੋਗੇ, ਜਾਂ ਤੁਸੀਂ ਸ਼ੈਤਾਨ ਨੂੰ ਖੁਸ਼ ਕਰੋਗੇ, ਜਾਂ ਤੁਸੀਂ ਆਪਣੀ ਰੂਹ ਨੂੰ ਨਰਕ ਵਿੱਚ ਲੈ ਕੇ ਜਾਓਗੇ, ਜਾਂ ਹਮੇਸ਼ਾ ਦੀ ਜ਼ਿੰਦਗੀ ਵਾਸਤੇ ਸਵਰਗ ਵਿੱਚ ਆਪਣੀ ਰੂਹ ਨੂੰ ਰੱਖਣ ਵਾਸਤੇ ਕੋਸ਼ਿਸ਼ ਕਰੋਗੇ। ਲੇਕਿਨ ਜਿਹੜਾ ਯੋਰ ਮਾਰੇਗਾ ਉਹ ਸਵਰਗ ਦੇ ਰਾਜ ਨੂੰ ਖੋ ਲਏਗਾ। ਯੋਰ ਮਾਰਨਾ ਪੈਣਾ ਹੈ, ਯੋਰ ਮਾਰਨਾ ਪੈਣਾ ਹੈ। ਨੰਬਰ 1 ਬਾਈਬਲ ਦੇ ਅੰਦਰ ਮੈਂ ਇੱਕ ਔਰਤ ਦੇ ਬਾਰੇ ਦੱਸਣਾ ਚਾਹੁੰਦਾ। ਉਹਦੇ ਘਰ ਕੋਈ ਸੰਤਾਨ ਨਹੀਂ ਸੀ, ਉਹਦੇ ਘਰ ਕੋਈ ਸੰਤਾਨ ਨਹੀਂ ਸੀ। ਬੜਾ ਸਮਾਂ ਹੋ ਗਿਆ ਸੀ ਉਹਦੀ ਸ਼ਾਦੀ ਹੋਈ ਨੂੰ, ਉਹਦੇ ਘਰ ਕੋਈ ਸੰਤਾਨ ਨਹੀਂ ਸੀ। ਲੇਕਿਨ ਉਹਨੂੰ ਪਤਾ ਸੀ ਪ੍ਰਭੂ ਦੇ ਕੋਲੋਂ ਬਰਕਤ ਲੈਣ ਦਾ ਤਰੀਕਾ। ਉਹਨੂੰ ਪਤਾ ਸੀ ਪ੍ਰਭੂ ਦੇ ਕੋਲੋਂ ਕਿੱਦਾਂ ਰਾਜ ਖੋਇਆ ਜਾਂਦਾ ਹੈ। ਉਹਨੂੰ ਪਤਾ ਸੀ ਪ੍ਰਭੂ ਦੇ ਕੋਲੋਂ ਕਿੱਦਾਂ ਬਰਕਤ ਲਈ ਜਾਂਦੀ ਹੈ। ਉਸ ਔਰਤ ਨੂੰ ਪਤਾ ਸੀ ਪ੍ਰਭੂ ਦੇ ਕੋਲੋਂ ਕਿੱਦਾਂ ਬਰਕਤਾਂ ਖੋਈਆਂ ਜਾਂਦੀਆਂ ਨੇ, ਕਿੱਦਾਂ ਪਰਮੇਸ਼ਵਰ ਦੇ ਕੋਲੋਂ ਆਪਣਾ ਹਿੱਸਾ ਤੇ ਕਿੱਦਾਂ ਉਸ ਨੂੰ ਆਪਣੇ ਮਰਾਸ ਪਰਮੇਸ਼ਰ ਦੇ ਕੋਲੋਂ ਲੈਣੀ ਹੈ। ਉਸ ਔਰਤ ਨੂੰ ਚੰਗੀ ਤਰ੍ਹਾਂ ਪਤਾ ਸੀ। ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਭ ਦੇ ਵਾਸਤੇ ਪਰਮੇਸ਼ਰ ਨੇ ਬਹੁਤ ਕੁਝ ਰੱਖਿਆ ਹੈ? ਤੁਹਾਨੂੰ ਪਤਾ ਤੁਹਾਡੇ ਵਾਸਤੇ ਪ੍ਰਭੂ ਨੇ ਚੰਗਿਆਈਆਂ ਰੱਖੀਆਂ, ਬਰਕਤਾਂ ਰੱਖੀਆਂ, ਛੁਟਕਾਰਾ ਰੱਖਿਆ, ਹਰ ਚੀਜ਼ ਪ੍ਰਭੂ ਨੇ ਤੁਹਾਡੇ ਵਾਸਤੇ ਰੱਖੀ ਹੈ, ਤੁਹਾਨੂੰ ਪਤਾ ਹੈ। ਲੇਕਿਨ ਤੁਹਾਨੂੰ ਲੈਣ ਦਾ ਤਰੀਕਾ ਆਉਣਾ ਚਾਹੀਦਾ ਹੈ। ਔਰ ਜਿਹਨੂੰ ਤਰੀਕਾ ਪਤਾ ਲੱਗ ਗਿਆ, ਮੈਂ ਪਹਿਲਾਂ ਦੱਸਿਆ, ਉਹਦੇ ਵਾਸਤੇ ਸਭ ਚੀਜ਼ਾਂ ਪ੍ਰਭੂ ਨੇ ਰੱਖ ਦਿੱਤੀਆਂ ਨੇ। ਪਰ ਪਹਿਲਾ ਤਰੀਕਾ ਹੈ ਪ੍ਰਾਰਥਨਾ। ਬੋਲੋ ਹਾਲੇਲੂਇਆ। ਉਸ ਔਰਤ ਦਾ ਨਾਮ ਸੀ ਹੰਨਾ। ਕਿੰਨਾਂ ਨੂੰ ਪਤਾ ਹੈ? ਕਿੰਨਾਂ ਨੂੰ ਪਤਾ ਹੈ? ਨਹੀਂ ਪਤਾ, ਠੀਕ ਹੈ। ਉਸ ਔਰਤ ਦਾ ਨਾਮ ਸੀ ਹੰਨਾ। ਉਹਦੇ ਕੋਲ ਕੋਈ ਸੰਤਾਨ ਨਹੀਂ, ਬਹੁਤ ਸਮਾਂ ਹੋ ਚੁੱਕਾ ਸੀ ਉਹਦੀ ਮੈਰਿਜ ਹੋਈ ਨੂੰ। ਲੇਕਿਨ ਉਹਨੂੰ ਪਤਾ ਸੀ ਪ੍ਰਭੂ ਦੇ ਕੋਲੋਂ ਕਿੱਦਾਂ ਬਰਕਤ ਲੈਣੀ ਹੈ। ਉਸ ਔਰਤ ਨੇ ਯੁੱਧ ਕਰਨਾ ਸ਼ੁਰੂ ਕੀਤਾ। ਉਸ ਔਰਤ ਨੇ ਸਵਰਗ ਰਾਜ ਵਾਸਤੇ ਜ਼ੋਰ ਮਾਰਨਾ ਸ਼ੁਰੂ ਕੀਤਾ। ਔਰ ਉਸ ਔਰਤ ਨੇ ਪਰਮੇਸ਼ਵਰ ਦੇ ਮੰਦਰ ਦੇ ਵਿੱਚ, ਪ੍ਰਭੂ ਦੇ ਘਰ ਦੇ ਵਿੱਚ, ਪਰਮੇਸ਼ਵਰ ਦੀ ਹੈਕਲ ਦੇ ਵਿੱਚ ਜਾ ਕੇ ਉਸਨੇ ਦਿਨ ਰਾਤ ਪ੍ਰਾਰਥਨਾ ਸ਼ੁਰੂ ਕੀਤੀ। ਉਹਨੇ ਦਿਨ ਰਾਤ ਉਹਨੇ ਪ੍ਰੇਅਰ ਕਰਨੀ ਸ਼ੁਰੂ ਕੀਤੀ। ਦਿਨ ਰਾਤ ਉਹਨੇ ਪਰਮੇਸ਼ਵਰ ਦੇ ਅੱਗੇ ਗਿੜਗਿੜਾਉਣਾ ਸ਼ੁਰੂ ਕੀਤਾ। ਦਿਨ ਰਾਤ ਉਹਨੇ ਅਥਰੂ ਬਹਾ ਕੇ ਪ੍ਰਾਰਥਨਾ ਸ਼ੁਰੂ ਕਰ ਦਿੱਤੀ। ਔਰ ਜਿਵੇਂ ਜਿਵੇਂ ਉਹਦੀ ਪ੍ਰਾਰਥਨਾ ਵਧੀ, ਤਿਵੇਂ ਤਿਵੇਂ ਉਹਦੀ ਬਰਕਤ ਸਵਰਗ ਤੋਂ ਵੀ ਆਉਣੀ ਸ਼ੁਰੂ ਹੋਈ। ਹਾਲੇਲੂਇਆ। ਪਰਮੇਸ਼ਰ ਸਵਰਗ ਦੇ ਵਿੱਚ ਹੈ, ਤੁਸੀਂ ਧਰਤੀ ਉੱਤੇ ਹੋ। ਜਦੋਂ ਤੁਸੀਂ ਪ੍ਰੇਅਰ ਕਰਦੇ ਹੋ, ਤੁਸੀਂ ਸਵਰਗ ਵੱਲ ਨੂੰ ਆਪਣਾ ਸਫ਼ਰ ਵਧਾਉਂਦੇ ਹੋ। ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ, ਤਿਵੇਂ ਤਿਵੇਂ ਤੁਸੀਂ ਪਰਮੇਸ਼ਰ ਵੱਲ ਆਪਣੇ ਕਦਮ ਵਧਾਉਂਦੇ ਹੋ। ਔਰ ਜਿਵੇਂ ਜਿਵੇਂ ਤੁਸੀਂ ਕਦਮ ਵਧਾਉਂਦੇ ਹੋ, ਸਵਰਗ ਤੋਂ ਵੀ ਉੱਤਰ ਕੇ ਪਰਮੇਸ਼ਰ ਆਪਣੇ ਸਿੰਘਾਸਨ ਨੂੰ ਛੱਡ ਕੇ ਤੁਹਾਡੇ ਵੱਲ ਵਧਣਾ ਸ਼ੁਰੂ ਹੁੰਦਾ ਹੈ। ਬੋਲ ਹਾਲੇਲੂਇਆ। ਜਦੋਂ ਪਰਮੇਸ਼ਰ ਤੁਹਾਡੇ ਵੱਲ ਆਉਂਦਾ ਹੈ ਤੇ ਉਹ ਤੁਹਾਡੇ ਵਾਸਤੇ ਗਿਫਟ ਲੈ ਕੇ ਆਉਂਦਾ ਹੈ, ਤੁਹਾਡੇ ਵਾਸਤੇ ਆਸ਼ੀਸ਼ ਲੈ ਕੇ ਆਉਂਦਾ ਹੈ, ਤੁਹਾਡੇ ਵਾਸਤੇ ਬਰਕਤ ਲੈ ਕੇ ਆਉਂਦਾ ਹੈ। ਬੋਲ ਹਾਲੇਲੂਇਆ। ਨੰਬਰ 2, ਕਿੱਦਾਂ ਅਸੀਂ ਪ੍ਰਭੂ ਦੇ ਰਾਜ ਵਾਸਤੇ ਜ਼ੋਰ ਮਾਰੀਏ? ਨੰਬਰ 1 ਪਹਿਲਾ ਤਰੀਕਾ ਮੈਂ ਦੱਸਿਆ, ਪ੍ਰਾਰਥਨਾ ਕਰਨਾ। ਨੰਬਰ 2,
ਆਪਣੇ ਜੀਵਨ ਨੂੰ ਪਵਿੱਤਰ ਰੱਖਣਾ। ਨੰਬਰ 2, ਆਪਣੇ ਜੀਵਨ ਨੂੰ ਕੀ ਰੱਖਣਾ? ਪਵਿੱਤਰ ਰੱਖਣਾ। ਕੀ ਰੱਖਣਾ? ਪਵਿੱਤਰ। ਬੋਲੋ। ਪਵਿੱਤਰ। ਕੀ ਰੱਖਣਾ? ਪਵਿੱਤਰ। ਪਵਿੱਤਰ ਰੱਖਣਾ। ਆਪਣੇ ਜੀਵਨ ਨੂੰ ਜ਼ਿਆਦਾ ਤੋਂ ਜ਼ਿਆਦਾ ਪਵਿੱਤਰ ਰੱਖਣਾ। ਜਿੰਨਾ ਤੁਸੀਂ ਜ਼ਿਆਦਾ ਪਵਿੱਤਰ ਰੱਖੋਗੇ ਉਹਨਾਂ ਪ੍ਰਭੂ ਦੀ ਸਾਮਰਥ ਜ਼ਿਆਦਾ ਵਾਸ ਕਰਦੀ ਹੈ। ਜਿੰਨੀ ਤੁਸੀਂ ਆਪਣੇ ਜੀਵਨ 'ਚ ਕਲੀਸਿਆ ਜ਼ਿਆਦਾ ਪਵਿੱਤਰਤਾ ਹੀ ਰੱਖੋਗੇ ਉਹਨਾਂ ਪਰਮੇਸ਼ਰ ਤੁਹਾਡੀ ਜ਼ਿੰਦਗੀ ਵਿੱਚ ਜ਼ਿਆਦਾ ਵਾਸ ਕਰੇਗਾ। ਉਹਨਾਂ ਸਵਰਗ ਜਲਦੀ ਕਾਇਮ ਹੁੰਦਾ ਹੈ। ਉਹਨਾਂ ਸਵਰਗੀ ਜੀਵਨ, ਤੁਹਾਡਾ ਜੀਵਨ ਸਵਰਗੀ ਬਣਦਾ ਜਾਏਗਾ ਜਿੰਨਾ ਤੁਸੀਂ ਜ਼ਿਆਦਾ ਪਵਿੱਤਰ ਰੱਖੋਗੇ। ਪਰ ਪਵਿੱਤਰਤਾ ਹੀ ਰੱਖਣੀ ਸਭ ਦੇ ਵੱਸ ਵਿੱਚ ਨਹੀਂ ਹੁੰਦੀ। ਬੋਲੋ। ਪਵਿੱਤਰਤਾ ਹੀ ਰੱਖਣੀ ਆਪਣੇ ਜੀਵਨ ਦੇ ਵਿੱਚ ਸਭ ਦੇ ਵੱਸ ਵਿੱਚ ਨਹੀਂ ਹੁੰਦੀ। ਨਿੱਕੇ ਨਿੱਕੇ ਪਾਪਾਂ ਦੇ ਵਿੱਚ ਵੀ ਡਿੱਗ ਪੈਣਾ, ਨਿੱਕੀਆਂ ਨਿੱਕੀਆਂ ਗਲਤੀਆਂ ਆਪਣੇ ਜੀਵਨ 'ਚ ਕਰੀ ਜਾਣੀਆਂ, ਪਾਪਾਂ ਦੇ ਵਿੱਚ ਆਪਣੇ ਆਪ ਨੂੰ ਫਸਾ ਕੇ ਰੱਖਣਾ, ਬਵਿਚਾਰ, ਲੁੱਚਪੁਣੇ, ਗੰਦਗੀ ਵਿੱਚ ਆਪਣੇ ਜੀਵਨ ਨੂੰ ਫਸਾ ਕੇ ਰੱਖਣਾ। ਫਿਰ ਐਤਵਾਰ ਨੂੰ ਚਰਚ ਜਾਣਾ, ਆਰਾਧਨਾ ਕਰਕੇ 4 ਘੰਟੇ, ਫਿਰ ਹਫ਼ਤਾ ਵਿੱਚ ਪਾਪ ਦੇ ਵਿੱਚ ਫਸੇ ਰਹਿਣਾ, ਫਿਰ ਉਹੀ ਕੰਮ ਕਰਨੇ ਜਿਹੜਾ ਸ਼ੈਤਾਨ ਚਾਹੁੰਦਾ, ਜਿਹੜੇ ਮੈਂ ਕੰਮ ਦੱਸੇ ਹੈ। ਹਰਾਮਕਾਰੀ, ਲੁੱਚਪੁਣਾ, ਬਦਮਸਤੀਆਂ, ਛਲ, ਕੁਫਰ, ਹੰਕਾਰ, ਖਾਰ, ਨਸ਼ੇ, ਗਾਲਾਂ ਕੱਢਣੀਆਂ, ਇਹ ਪਾਪ ਹਨ। ਜਦੋਂ ਤੱਕ ਤੁਸੀਂ ਸਰੀਰ ਵਿੱਚ ਰਹੋਗੇ, ਰਾਜ ਪਰਮੇਸ਼ਵਰ ਦਾ ਰਾਜ ਮੰਗ ਰਹੇ ਹੋ, ਪਰ ਜਦੋਂ ਤੱਕ ਤੁਸੀਂ ਸਰੀਰ ਦੇ ਕੰਮਾਂ ਨੂੰ ਆਪਣੇ ਜੀਵਨ 'ਚ ਕੱਢੋਗੇ ਨਹੀਂ, ਪ੍ਰਭੂ ਦਾ ਰਾਜ ਤੁਹਾਡੇ ਜੀਵਨ ਦੇ ਵਿੱਚ ਆਏਗਾ ਨਹੀਂ। ਔਰ ਜਦੋਂ ਪ੍ਰਭੂ ਦਾ ਰਾਜ ਆਉਣਾ ਚਾਹੇਗਾ, ਪ੍ਰਭੂ ਆਪਣੇ ਤੁਹਾਡੇ ਜੀਵਨ ਦੇ ਵਿੱਚ ਪ੍ਰਭੂ ਆਪਣਾ ਰਾਜ ਕਾਇਮ ਉਦੋਂ ਕਰੇਗਾ ਜਦੋਂ ਪ੍ਰਭੂ ਦੇ ਆਤਮਾ ਦੇ ਕੰਮ ਤੁਸੀਂ ਕਰਨਾ ਸ਼ੁਰੂ ਕਰੋਗੇ। ਬੋਲ ਹਾਲੇਲੂਇਆ, ਬੋਲ ਹਾਲੇਲੂਇਆ। ਪਰ ਜ਼ੋਰ ਮਾਰਨਾ ਪੈਂਦਾ ਹੈ। ਸ਼ੈਤਾਨ ਜ਼ੋਰ ਮਾਰਿਆ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਸਤੇ, ਤੁਸੀਂ ਉਲਟਾ ਜ਼ੋਰ ਮਾਰੋ ਆਪਣੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ। ਸ਼ੈਤਾਨ ਜ਼ੋਰ ਮਾਰਿਆ ਹੈ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਸਤੇ, ਤੁਸੀਂ ਜ਼ੋਰ ਮਾਰੋ ਆਤਮਾ ਦੇ ਕੰਮ ਪ੍ਰਾਰਥਨਾ ਕਰਕੇ ਆਪਣੇ ਜੀਵਨ ਨੂੰ ਪਵਿੱਤਰ ਰੱਖ ਕੇ ਸ਼ੈਤਾਨ ਨੂੰ ਮਿੱਧੋ, ਸ਼ੈਤਾਨ ਨੂੰ ਹਰਾਓ ਔਰ ਜੈਵੰਤ ਲੋਕ ਬਣੋ। ਤੁਹਾਡਾ ਜਿਸਮ ਪਾਪ ਦੇ ਵਾਸਤੇ ਨਹੀਂ ਹੈ, ਤੁਹਾਡਾ ਜਿਸਮ ਹਾਰੇ ਹੋਏ ਇਨਸਾਨ ਵਰਗਾ ਨਹੀਂ ਹੈ, ਤੁਹਾਡਾ ਜਿਸਮ ਜਿਹੜਾ ਹੈ ਉਹ ਪ੍ਰਭੂ ਯਿਸੂ ਮਸੀਹ ਦੇ ਵਰਗਾ ਬਣ ਚੁੱਕਾ ਹੈ। ਪ੍ਰਭੂ ਭੋਜ ਤੁਸੀਂ ਲੈਂਦੇ ਹੋ, ਯਿਸੂ ਦਾ ਮਾਂਸ ਖਾਂਦੇ ਕਿ ਨਹੀਂ, ਯਿਸੂ ਦਾ ਲਹੂ ਪੀਂਦੇ ਹੋ ਕਿ ਨਹੀਂ? ਤੇ ਸਰੀਰ ਵਿੱਚ 2 ਚੀਜ਼ਾਂ ਨੇ, ਲਹੂ ਤੇ ਮਾਂਸ। ਜਦੋਂ ਤੁਸੀਂ ਯਿਸੂ ਮਸੀਹ ਦਾ ਲਹੂ ਤੇ ਮਾਂਸ ਖਾਂਦੇ ਹੋ, ਤੁਹਾਡਾ ਜਿਸਮ ਪ੍ਰਭੂ ਯਿਸੂ ਮਸੀਹ ਦੇ ਜੈਸਾ ਬਣ ਜਾਣਾ ਚਾਹੀਦਾ ਹੈ। ਬੋਲ ਹਾਲੇਲੂਇਆ, ਬੋਲ ਹਾਲੇਲੂਇਆ। ਉਹਨੂੰ ਇੱਕ ਵਿਧੀ ਕਰਕੇ ਨਾ ਮੰਨੋ, ਉਹਨੂੰ ਇੱਕ ਰੀਤ ਕਰਕੇ ਨਾ ਮੰਨੋ ਕਿ ਹਫ਼ਤੇ ਬਾਅਦ ਜਾਂ ਮਹੀਨੇ ਬਾਅਦ ਅਸੀਂ ਕਹਿੰਦੇ ਹਾਂ ਪ੍ਰਭੂ ਭੋਜ ਲੈ ਲਿਆ ਔਰ ਕੰਮ ਸਾਡੇ ਉਹੀ ਹੈ, ਕੰਮ ਸਾਡੇ ਉਹੀ ਹੈ, ਸੋਚਾਂ ਸਾਡੀਆਂ ਉਹੀ ਨੇ, ਵਿਚਾਰਾਂ ਸਾਡੇ ਉਹੀ ਹੈ ਔਰ ਪੁਰਾਣੇ ਤੋਂ ਪੁਰਾਣੀ ਇਨਸਾਨੀਅਤ ਵੀ ਉਹੀ ਹੈ, ਅਜੇ ਤੱਕ ਮਰੀ ਨਹੀਂ। ਯਿਸੂ ਦਾ ਲਹੂ ਪਾਪ ਨੂੰ ਮਾਰਦਾ ਹੈ, ਯਿਸੂ ਦਾ ਮਾਂਸ ਪਾਪ ਨੂੰ ਖਤਮ ਕਰਦਾ ਹੈ। ਤੁਹਾਡੇ ਜੀਵਨ ਨੂੰ ਨਵੇਂ ਸਿਰੇ ਤੋਂ ਪ੍ਰਭੂ ਯਿਸੂ ਆਪਣੇ ਨਾਲ ਮਿਲਾ ਲੈਂਦਾ ਹੈ, ਯਿਸੂ ਆਪਣੇ ਲਹੂ ਤੇ ਮਾਂਸ ਦੇ ਦੁਆਰਾ। ਬੋਲ ਹਾਲੇਲੂਇਆ, ਬੋਲ ਹਾਲੇਲੂਇਆ। ਲੇਕਿਨ ਜ਼ੋਰ ਮਾਰੋ। ਹੰਨਾ ਨੇ ਜ਼ੋਰ ਮਾਰਿਆ ਔਰ ਆਪਣੇ ਬੇਟੇ ਦੀ ਆਸ਼ੀਸ਼ ਨੂੰ ਲੈ ਲਿਆ। ਜੇਕਰ ਦਾਊਦ ਯੁੱਧ ਨਾ ਕਰਦਾ ਗੋਲੀਅਤ ਨਾਲ, ਜੇਕਰ ਦਾਊਦ ਯੁੱਧ ਨਾ ਕਰਦਾ ਗੋਲੀਅਤ ਨਾਲ, ਤੇ ਕਦੇ ਵੀ ਗੋਲੀਅਤ ਦਾਊਦ ਨੇ ਰਾਜਾ ਨਹੀਂ ਸੀ ਬਣਨਾ। ਕੁਛ ਆਸ਼ੀਸ਼ਾਂ ਵਾਸਤੇ ਲੜਨਾ ਪੈਂਦਾ ਸਾਨੂੰ, ਕੁਛ ਆਪਣੇ ਛੁਟਕਾਰੇ ਵਾਸਤੇ ਸਾਨੂੰ ਯੁੱਧ ਕਰਨਾ ਪੈਂਦਾ ਹੈ। ਕਈ ਵਾਰੀ ਸਾਨੂੰ ਯੁੱਧ ਕਰਨਾ ਪੈਂਦਾ। ਜਦੋਂ ਅਸੀਂ ਯੁੱਧ ਕਰਦੇ ਹਾਂ ਫਿਰ ਅਸੀਂ ਜਿੱਤਦੇ ਹਾਂ। ਯਕੂਬ ਜੇ ਸਾਰੀ ਰਾਤ ਪ੍ਰਾਰਥਨਾ ਨਾ ਕਰਦਾ, ਯਕੂਬ ਜੇ ਸਾਰੀ ਰਾਤ ਦੂਤ ਨਾਲ ਕੁਸ਼ਤੀ ਨਾ ਲੜਦਾ, ਤੇ ਉਹਨੇ ਸਾਰੀ ਉਮਰ ਯਕੂਬ ਹੀ ਬਣਾ ਰਹਿਣਾ ਸੀ। ਪਰ ਉਹਨੇ ਸਾਰੀ ਰਾਤ ਯੁੱਧ ਕੀਤਾ, ਇਸੇ ਕਰਕੇ ਪ੍ਰਭੂ ਨੇ ਉਹਦਾ ਨਾਮ ਯਕੂਬ ਨਹੀਂ, ਉਹਦਾ ਨਾਮ ਇਸਰਾਇਲ ਰੱਖ ਦਿੱਤਾ। ਹਾਲੇਲੂਇਆ। ਕਈ ਕੰਮਾਂ ਵਾਸਤੇ ਕਲੀਸਿਆ ਤੁਹਾਨੂੰ ਯੁੱਧ ਕਰਨਾ ਪੈਂਦਾ ਹੈ, ਪਰ ਤੁਸੀਂ ਯੁੱਧ ਕਰਕੇ ਖੁਸ਼ ਨਹੀਂ ਹੋ। ਤੁਹਾਡੇ ਕੋਲ ਪਵਿੱਤਰ ਸ਼ਾਸਤਰ ਬਾਈਬਲ ਹੈ, ਇਹਨੂੰ ਪੜ੍ਹੋ। ਤੁਹਾਨੂੰ ਘੁਟਨੇ ਟੇਕੇ ਗਏ ਨੇ, ਦਿੱਤੇ ਗਏ ਨੇ, ਅੱਛਾ ਮੂੰਹ ਦਿੱਤਾ ਗਿਆ, ਸੁੰਦਰ ਮੂੰਹ ਦਿੱਤਾ ਗਿਆ। ਪ੍ਰਾਰਥਨਾ ਵਾਸਤੇ ਆਪਣਾ ਮੂੰਹ ਖੋਲੋ, ਆਪਣੇ ਘੁਟਨਿਆਂ ਦੀ ਕੁਰਬਾਨੀ ਪ੍ਰਭੂ ਨੂੰ ਚੜਾਓ। ਤੁਹਾਡਾ ਪ੍ਰਭੂ ਪਾਪੀਆਂ ਨੂੰ ਨਹੀਂ, ਉਹ ਧਰਮੀਆਂ ਨੂੰ ਲੈਣ ਵਾਸਤੇ ਆ ਰਿਹਾ ਹੈ। ਕਿਸੇ ਦਿਨ ਮੈਂ ਤੁਹਾਨੂੰ ਦੱਸਾਂਗਾ ਕਿ 3 ਤਰ੍ਹਾਂ ਦੀ ਕਲੀਸਿਆ ਦਾ ਕੀ ਹਾਲ ਹੋਏਗਾ।
ਤਿੰਨ ਤਰ੍ਹਾਂ ਦੇ ਲੋਕ, ਤਿੰਨ ਤਰ੍ਹਾਂ ਦੀ ਕਲੀਸਿਆ ਹੈ। ਇੱਕ ਕਲੀਸਿਆ ਨਹੀਂ ਹੈ, ਤਿੰਨ ਤਰ੍ਹਾਂ ਦੀ ਕਲੀਸਿਆ ਚਰਚ ਵਿੱਚ ਬੈਠੀ ਹੋਈ ਹੈ। ਇਸ ਕਰਕੇ ਕਿਹੜੀ ਕਲੀਸਿਆ ਨੂੰ ਲੈਣ ਵਾਸਤੇ ਆ ਰਿਹਾ ਉਹ ਮੈਂ ਤੁਹਾਨੂੰ ਦੱਸੂਗਾ। ਲੇਕਿਨ ਯਾਦ ਰੱਖੋ, ਅੱਜ ਤੁਸੀਂ ਜ਼ੋਰ ਮਾਰੋ, ਮੈਂ ਚਾਹੁੰਦਾ ਹਾਂ ਤੁਸੀਂ ਜ਼ੋਰ ਮਾਰੋ, ਪ੍ਰਭੂ ਚਾਹੁੰਦਾ ਹੈ ਤੁਸੀਂ ਜ਼ੋਰ ਮਾਰੋ, ਔਰ ਆਪਣੀ ਜ਼ਿੰਦਗੀ ਦੇ ਵਿੱਚ ਸਵਰਗ